ਟੌਪਿਕ ਸ਼ੁਰੂ ਕਰਵਾਉਣ ਤੋਂ ਪਹਿਲਾਂ ਮੈਂ ਤੁਹਾਨੂੰ ਸਾਰੇ ਵਿਦਿਆਰਥੀਆਂ ਨੂੰ ਹਦਾਇਤ ਦੇਣੀ ਹੈ ਕਿ ਪਹਿਲਾਂ ਇਹਦੀ PDF ਵੀ ਮੈਂ ਨਾਲ ਭੇਜ ਰਿਹਾ ਹਾਂ। ਟੌਪਿਕ ਕਰਵਾਉਣਾ ਹੈ, ਪਹਿਲਾਂ ਤੁਸੀਂ ਸਾਰਾ ਟੌਪਿਕ ਕਾਪੀ 'ਤੇ ਉਤਾਰ ਲੈਣਾ ਹੈਗਾ। ਉਸ ਤੋਂ ਬਾਅਦ ਵੀਡੀਓ ਦੇਖ ਕੇ ਨਾਲ ਟੌਪਿਕ ਸਮਝਣਾ ਹੈ। ਸਾਰੇ ਵਿਦਿਆਰਥੀਆਂ ਨੂੰ ਸਤਿ ਸ਼੍ਰੀ ਅਕਾਲ। ਅੱਜ ਆਪਾਂ 5B ਐਕਸਰਸਾਈਜ਼ ਕਰਨੀ ਹੈਗੀ ਆ ਅਤੇ ਉਹਦੇ ਵਾਸਤੇ ਕੁਛ ਕੰਸੈਪਟ ਪਹਿਲਾਂ ਸਮਝਾਉਣਾ ਹੈਗਾ, ਉਹ ਸ਼ੁਰੂ ਕਰ ਰਿਹਾ। ਪਹਿਲਾਂ ਸਭ ਤੋਂ ਪਹਿਲਾਂ ਇਹਦੇ ਵਿੱਚ ਹੀਟ ਇਕੁਏਸ਼ਨ ਦੀ ਇਹ ਇਕੁਏਸ਼ਨ ਆਪਾਂ ਲਰਨ ਕਰਨੀ ਹੈਗੀ ਆ। ਜਿਹੜਾ ਕਰਲੀ V ਬਾਈ ਕਰਲੀ T = ਲੈਮਡਾ ਕਰਲੀ 2V ਬਾਈ ਕਰਲੀ x ਸਕੁਏਅਰ। ਜਿਹੜਾ V ਹੋਊਗਾ ਉਹ ਟੈਂਪਰੇਚਰ ਰਿਪਰੈਜ਼ੈਂਟ ਕਰੇਗਾ ਐਟ ਐਨੀ ਪੁਆਇੰਟ x ਐਟ ਐਨੀ ਟਾਈਮ T, ਅਤੇ ਲੈਮਡਾ ਕੋਈ ਕੌਂਸਟੈਂਟ ਹੋਊਗਾ। ਇਹਨੂੰ ਸਮਝਣ ਵਾਸਤੇ ਇੱਕ ਐਗਜ਼ਾਮਪਲ ਲੈ ਲਈਏ। ਜਿਵੇਂ ਮੰਨ ਲਓ ਇਹ ਕੋਈ ਰੋਡ ਆ, ਅਤੇ ਇਹ ਰੋਡ ਜਿਹੜੀ ਹੈਗੀ ਆ ਗੁੱਡ ਕੰਡਕਟਰ ਆਫ ਹੀਟ ਆ, ਮਤਲਬ ਕਿ ਇਹਦੇ 'ਚੋਂ ਹੀਟ ਫਲੋ ਕਰੇਗੀ। ਜੇ ਮੰਨ ਲਓ ਆਪਾਂ ਇਹ ਵਾਲਾ ਟੈਂਪਰੇਚਰ, ਇਹ ਵਾਲਾ ਸਿਰਾ, ਇਹ ਵਾਲਾ ਐਂਡ ਪੁਆਇੰਟ ਆਪਾਂ ਗਰਮ ਕਰਤਾ, ਹੀਟ ਕਰਤਾ, ਅਤੇ ਕਿਸੇ ਕੌਂਸਟੈਂਟ ਟੈਂਪਰੇਚਰ 'ਤੇ ਮੇਨਟੇਨ ਰੱਖਿਆ। ਮੰਨ ਲਓ ਕਿ ਆਪਾਂ ਨੇ ਇਹ 100 ਡਿਗਰੀ ਸੈਂਟੀਗ੍ਰੇਡ 'ਤੇ ਹੀਟ ਕਰਤਾ, ਅਤੇ ਇਹਨੂੰ 100 ਡਿਗਰੀ ਸੈਂਟੀਗ੍ਰੇਡ 'ਤੇ ਮੇਨਟੇਨ ਰੱਖਿਆ ਆਪਾਂ, ਮਤਲਬ ਕਿ ਨਾ ਟੈਂਪਰੇਚਰ ਘਟਣ ਦਿੱਤਾ ਨਾ ਵਧਣ ਦਿੱਤਾ ਟੈਂਪਰੇਚਰ। ਜੋ ਆਪਾਂ ਇਸ 100 ਡਿਗਰੀ ਟੈਂਪਰੇਚਰ 'ਤੇ ਮੇਨਟੇਨ ਰੱਖਾਂਗੇ ਤਾਂ ਆਪਾਂ ਕੀ ਦੇਖਾਂਗੇ ਕਿ ਜਿਹੜੀ ਇਹ ਰੋਡ ਹੈਗੀ ਹੈ ਗੁੱਡ ਕੰਡਕਟਰ ਆਫ ਹੀਟ ਆ। ਜੇ ਆਪਾਂ ਇਹਨੂੰ 100 ਡਿਗਰੀ 'ਤੇ ਮੇਨਟੇਨ ਕਰਾਂਗੇ, ਆਪਾਂ ਸਟਾਰਟ ਕਰਤਾ ਟਾਈਮ ਦੇਖਣਾ ਸਟਾਰਟ ਕਰਤਾ, ਮਤਲਬ ਇਨੀਸ਼ਲੀ ਇਹ 100 ਡਿਗਰੀ 'ਤੇ ਸੀਗਾ। ਹੁਣ ਇੱਥੋਂ ਦੇਖਣਾ ਆਪਾਂ ਸਟਾਰਟ ਕੀਤਾ ਤਾਂ ਆਪਾਂ ਦੇਖਾਂਗੇ ਕਿ ਹੌਲੀ ਹੌਲੀ ਹੀਟ ਟਰਾਂਸਫਰ ਹੋਏਗੀ ਅੱਗੇ ਨੂੰ, ਮਤਲਬ ਉਰੇ ਕੁਛ ਟਾਈਮ ਬਾਅਦ ਟੈਂਪਰੇਚਰ ਕੁਛ ਹੋਰ ਹੋਊਗਾ, ਉਰੇ ਕੁਛ ਹੋਰ ਹੋਊਗਾ, ਉਰੇ ਇੱਦਾਂ ਹੀਟ ਫਲੋ ਕਰਨੀ ਸ਼ੁਰੂ ਹੋ ਜਾਏਗੀ। ਅਤੇ ਜਿਹੜਾ ਆਹ ਡਿਸਟੈਂਸ ਲਿਆ ਹੈਗਾ ਇਹ x ਰਿਪਰਜੈਂਟ ਕਰੇਗਾ, ਅਤੇ ਜਿਹੜਾ VXT ਹੈਗਾ VXT ਇਹ ਟੈਂਪਰੇਚਰ ਹੋਊਗਾ, ਮਤਲਬ ਕਿ T ਟਾਈਮ ਉਰੇ ਕਹਿ ਲਈਏ ਆਪਾਂ, ਉਰੇ ਮੰਨ ਲਓ x ਜਿਹੜਾ ਹੈਗਾ ਕੁਛ ਵੀ ਆ 2 ਆ, ਅਤੇ ਟਾਈਮ ਮੰਨ ਲਓ 10 ਸੈਕਿੰਡ ਹੋ ਗਿਆ, ਤਾਂ 10 ਸਕਿੰਟ ਬਾਅਦ ਉਰੇ ਟੈਂਪਰੇਚਰ ਕਿੰਨਾ ਹੋਊਗਾ ਇਹ ਰਿਪਰਜੈਂਟ ਕਰ ਰਿਹਾ VXT। ਸਟਾਰਟਿੰਗ ਤਾਂ ਟੈਂਪਰੇਚਰ ਦਿਖ ਰਿਹਾ ਆਪਾਂ ਨੂੰ ਕਿ ਪਿੱਛੇ 0 ਹੋਏਗਾ ਲਾਸਟ ਦੇ ਵਿੱਚ, ਪਰ ਜਿਉਂ ਹੀਟ ਟਾਈਮ ਪਾਵਾਂਗੇ 1 ਸਕਿੰਟ ਬਾਅਦ ਇਹ 100 'ਤੇ ਮੇਨਟੇਨ ਕੀਤਾ ਹੈ, 1 ਸਕਿੰਟ ਬਾਅਦ ਉਰੇ ਇਹ ਗਰਮ ਹੋ ਜਾਏਗਾ, 10 ਸਕਿੰਟ ਬਾਅਦ ਉਰੇ ਹੀਟ ਆਉਣੀ ਸ਼ੁਰੂ ਹੋ ਜਾਏਗੀ, 15 ਸਕਿੰਟ ਬਾਅਦ ਉਰੇ ਹੀਟ ਆਉਣੀ ਸ਼ੁਰੂ ਹੋ ਜਾਏਗੀ। ਹੌਲੀ ਹੌਲੀ ਹੀਟ ਚੇਂਜ ਹੋਊਗੀ, ਇਹ x 'ਤੇ ਵੀ ਅਤੇ ਟਾਈਮ 'ਤੇ ਵੀ। ਇਹ ਵੀ ਇਹ ਰਿਪਰਜੈਂਟ ਕਰਦਾ ਹੈ ਕਿ ਹੀਟ ਕਿੰਨੀ ਹੋਊਗੀ। ਇਹਨੂੰ ਹੋਰ ਚੰਗੀ ਤਰ੍ਹਾਂ ਸਮਝਣ ਵਾਸਤੇ ਆਪਾਂ ਇੱਕ ਐਗਜ਼ਾਮਪਲ ਲੈ ਰਹੇ ਹਾਂ। 5B ਦਾ ਪਹਿਲਾ ਕੁਐਸਚਨ ਕਰਵਾ ਰਹੇ ਹਾਂ। ਇੱਕ ਸੈਮੀ ਇਨਫਾਈਨਾਈਟ ਸੋਲਿਡ ਹੈਗਾ, ਉਹਦਾ ਇਨੀਸ਼ੀਅਲ ਟੈਂਪਰੇਚਰ 0 ਹੈਗਾ, ਅਤੇ ਐਟ ਟਾਈਮ T = 0 ਕੌਂਸਟੈਂਟ ਟੈਂਪਰੇਚਰ V0 ਇਜ਼ ਅਪਲਾਈਡ ਐਂਡ ਮੇਨਟੇਨ ਐਟ ਦਾ ਫੇਸ x = 0। Find the temperature at any point at T is equals to 16, 1/16। ਤੋ ਸਟੇਟਮੈਂਟ ਦਾ ਮੀਨਿੰਗ ਕੀ ਬਣਿਆ ਹੈਗਾ ਉਹ ਥੋੜ੍ਹਾ ਦੇਖ ਲਈਏ ਆਪਾਂ। ਜਿਵੇਂ ਪਹਿਲਾਂ ਇੱਕ ਕੁਐਸਚਨ ਦੇਖ ਲੈਣਾ ਆਪਾਂ, ਜਿਵੇਂ ਜੇ ਹੀਟ ਦੀ ਗੱਲ ਹੋ ਰਹੀ ਹੈਗੀ ਆ, ਟੈਂਪਰੇਚਰ ਦੀ ਗੱਲ ਹੋ ਰਹੀ ਹੈ, ਹੀਟ ਦੀ ਗੱਲ ਹੋ ਰਹੀ ਹੈਗੀ ਆ, ਤਾਂ ਇਹ ਦੇਖਾਂਗੇ ਫਲੋ ਆਫ ਹੀਟ ਦੀ ਗੱਲ ਹੋ ਰਹੀ ਹੈਗੀ, ਤਾਂ ਇਹਦੇ ਵਿੱਚ ਆਪਾਂ ਹੀਟ ਇਕੁਏਸ਼ਨ ਯੂਜ਼ ਕਰਨੀ ਆ ਆਹ ਵਾਲੀ। ਅਤੇ ਪਹਿਲਾਂ ਥੋੜ੍ਹਾ ਜਿਹਾ ਇਸ ਕੁਐਸਚਨ ਨੂੰ ਆਪਾਂ ਸਮਝ ਲਈਏ ਕਿ ਕੁਐਸਚਨ ਵਿੱਚ ਹੈ ਕੀ ਆ। ਜਿਵੇਂ ਇਹ ਸੈਮੀ ਇਨਫਾਈਨਾਈਟ ਸੋਲਿਡ ਆ, ਸੈਮੀ ਮਤਲਬ ਕੀ ਹੋ ਗਿਆ, ਇਹ ਅੱਧਾ ਇੱਥੋਂ, ਇਹਦਾ ਇੱਧਰਲੇ ਪਾਸੇ ਕੋਈ ਐਂਡ ਨਹੀਂ ਹੈਗਾ। ਇਨਫਾਈਨਾਈਟ ਤਾਂ ਕਹਿੰਦੇ ਬਿਕੋਜ਼ ਐਂਡ ਨਹੀਂ ਹੈਗਾ, ਸੈਮੀ ਮਤਲਬ ਕਿ ਆਪਾਂ ਅੱਧਾ ਲੈ ਰਹੇ ਹਾਂ। ਇਹ ਸੈਮੀ ਇਨਫਾਈਨਾਈਟ ਸੋਲਿਡ ਆ ਜਿਹੜਾ ਇਹ ਵਾਲਾ ਹੈਗਾ ਆਪਣੇ ਕੋਲ। ਹੁਣ ਉਹਨਾਂ ਨੇ ਕਿਹਾ ਕੀ ਹੋਇਆ ਆਪਾਂ ਨੂੰ ਦਿੱਤਾ ਹੋਇਆ ਹੈਗਾ ਕਿ
ਇਨੀਸ਼ੀਅਲ ਟੈਂਪਰੇਚਰ ਜਿਹੜਾ ਸੀ ਆਪਣੇ ਕੋਲ 0, ਸਟਾਰਟਿੰਗ ਟੈਂਪਰੇਚਰ ਕੋਈ ਨਹੀਂ ਹੈਗਾ ਸੀਗਾ। ਤੇ ਐਟ T=0 constant temperature V0 is applied and maintained at phase x=0। ਇਹਦਾ ਮਤਲਬ ਕੀ ਹੈਗਾ ਕਿ ਇੱਥੇ ਆਪਾਂ ਨੇ ਟੈਂਪਰੇਚਰ V0 ਅਪਲਾਈ ਕਰਤਾ ਤੇ ਇਹ ਟੈਂਪਰੇਚਰ ਆਪਾਂ V0 ਤੇ ਹੀ ਮੇਨਟੇਨ ਰੱਖਿਆ। ਜਿਵੇਂ ਆਪਾਂ ਕਹਿ ਲਈਏ ਕਿ ਆਪਾਂ 100 ਡਿਗਰੀ ਟੈਂਪਰੇਚਰ ਇੱਥੇ ਅਪਲਾਈ ਕਰਤਾ, 100 ਡਿਗਰੀ ਸੈਂਟੀਗ੍ਰੇਡ ਇੱਥੇ ਅਪਲਾਈ ਕਰਤਾ, ਤਾਂ ਇਹ ਟੈਂਪਰੇਚਰ ਮੇਨਟੇਨ ਰੱਖਣਾ 100 ਤੇ, ਨਾ ਘਟਾਉਣਾ ਆਪਾਂ ਨਾ ਵਧਾਉਣਾ। ਤੇ ਜੇ ਮੇਨਟੇਨ ਰੱਖਾਂਗੇ ਆਪਾਂ, ਫਿਰ ਆਪਾਂ ਦੇਖਾਂਗੇ ਟਾਈਮ ਪਾ ਕੇ ਇੱਥੇ ਸਾਰੇ ਕਿਤੇ ਹੀਟ ਫਲੋ ਕਰੇਗੀ। ਚਲੋ ਅੱਗੇ ਕੀ ਪੁੱਛਿਆ ਉਹਨਾਂ ਦੇਖ ਲੈਣੇ ਆਪਾਂ। ਤੇ ਆਪਾਂ ਟੈਂਪਰੇਚਰ ਫਾਈਂਡ ਕਰਨਾ ਕਿ ਐਟ ਐਨੀ ਪੁਆਇੰਟ ਤੇ ਟੈਂਪਰੇਚਰ ਕਿੰਨਾ ਹੋਊਗਾ, T=1/16। ਚਲੋ ਇਹ ਤਾਂ ਹੋ ਜਾਏਗਾ ਸੋਲਵ, ਉਹ ਦੇਖਦੇ ਹਾਂ ਆਪਾਂ। ਹੁਣ ਇਹਨਾਂ ਕੁਐਸਚਨ ਨੂੰ ਸੋਲਵ ਕਰਨ ਦਾ ਕੰਸੈਪਟ ਕੀ ਹੈਗਾ ਉਹ ਦੇਖਣਾ ਹੈਗਾ ਆਪਾਂ ਨੇ। ਜਿਵੇਂ 5A ਐਕਸਰਸਾਈਜ਼ ਸੀਗੀ, ਉਹਦੇ ਵਿੱਚ ਇੱਕ ਇਕੁਏਸ਼ਨ ਹੁੰਦੀ ਸੀਗੀ ਜਿਹੜੀ ਆਪਾਂ ਸੋਲਵ ਕਰਨੀ ਸੀਗੀ, ਤੇ ਇਹਨੂੰ ਸੋਲਵ ਕਰਨ ਵਾਸਤੇ ਨਾਲ ਕੁਛ ਕੰਡੀਸ਼ਨਸ ਹੁੰਦੀਆਂ ਸੀਗੀਆਂ। ਜਿਵੇਂ ਆਪਾਂ ਆਹ ਕੰਡੀਸ਼ਨ ਕਹਿ ਲਈਏ, ਇਕੁਏਸ਼ਨ ਸੋਲਵ ਕਰਨ ਵਾਸਤੇ ਨਾ ਕੁਛ ਕੰਡੀਸ਼ਨ ਹੁੰਦੀਆਂ ਸੀਗੀਆਂ, ਤੇ ਉਹਨੂੰ ਕੰਡੀਸ਼ਨ ਨੂੰ ਧਿਆਨ 'ਚ ਰੱਖ ਕੇ ਆਪਾਂ ਸੋਲਵ ਕਰਦੇ ਸੀਗੇ। ਤਾਂ ਸਭ ਤੋਂ ਪਹਿਲਾ ਕੰਮ ਕੀ ਹੈਗਾ ਇਹਦੇ ਵਿੱਚ, ਜਿਹੜੀ ਇਹ ਸਟੇਟਮੈਂਟ ਹੈਗੀ ਆ ਆਪਾਂ ਨੇ ਇਸ ਨੂੰ, ਜਿਵੇਂ ਐਕਸਰਸਾਈਜ਼ 5A ਹੈਗੀ ਆ ਉਹਦੇ 'ਚ ਕਨਵਰਟ ਕਰਨਾ। 5A ਵਿੱਚ ਕੀ ਸੀ, ਇੱਕ ਇਕੁਏਸ਼ਨ ਸੀਗੀ ਅਤੇ ਨਾਲ ਕੰਡੀਸ਼ਨਾਂ ਸੀਗੀਆਂ, ਇਹ ਉਸ 'ਚ ਕਨਵਰਟ ਕਰਨੀ ਆਪਾਂ ਨੇ। ਮਤਲਬ ਇਕੁਏਸ਼ਨ ਤਾਂ ਇਹਦੇ ਵਿੱਚ ਇਹੀ ਹੋਊਗੀ ਹਮੇਸ਼ਾ, ਜੇ ਹੀਟ ਦੀ ਗੱਲ ਕਰ ਰਹੇ ਹੈਗੇ ਤਾਂ ਇਕੁਏਸ਼ਨ ਜਿਹੜੀ ਹੋਊਗੀ ਇਹ ਸੇਮ ਹੋਊਗੀ। ਉਸ ਤੋਂ ਬਾਅਦ ਕੰਡੀਸ਼ਨਸ ਨੇ, ਕੰਡੀਸ਼ਨ ਆਪਾਂ ਨੇ ਦੇਖ ਕੇ ਬਣਾਉਣੀਆਂ ਨੇ। ਜੋ ਕੰਡੀਸ਼ਨ ਬਣਾਉਣੀਆਂ ਕਿਵੇਂ ਨੇ ਉਹ ਆਪਾਂ ਦੇਖਦੇ ਹੈਗੇ ਹਾਂ। ਸਭ ਤੋਂ ਪਹਿਲਾਂ ਜਿਹੜੀ ਮੇਨ ਇੰਪੋਰਟੈਂਟ ਗੱਲ ਹੈਗੀ ਉਹ ਦੇਖਣੀ ਆ ਆਪਾਂ ਨੇ ਕਿ ਜਿਹੜੇ ਇਸ ਪ੍ਰਕਾਰ ਦੇ ਕੁਐਸਚਨ ਜਿਹਦੇ 'ਚ ਸਿੰਗਲ ਡੈਰੀਵੇਟਿਵ ਇੱਕ ਪਾਸੇ ਹੈ, ਇੱਕ ਪਾਸੇ ਡਬਲ ਡੈਰੀਵੇਟਿਵ, ਇੱਦਾਂ ਦੇ ਕੁਐਸਚਨ ਵਾਸਤੇ ਸਾਰਾ ਵੈਸੇ ਲਿਖਿਆ ਵੀ ਹੋਇਆ ਕਿ ਇੱਦਾਂ ਦੇ ਕੁਐਸਚਨ ਕਰਨ ਵਾਸਤੇ ਆਪਾਂ ਨੂੰ 3 ਕੰਡੀਸ਼ਨ ਚਾਹੀਦੀਆਂ ਨੇ। ਜਿਵੇਂ 5A ਐਗਜ਼ਾਮਪਲ ਜੋ ਸੋਲਵ ਕੀਤਾ ਸੀਗਾ, ਉਵੇਂ ਇਹ 3 ਕੰਡੀਸ਼ਨ ਕਿਹੜੀਆਂ ਚਾਹੀਦੀਆਂ ਹੋਣਗੀਆਂ ਆਪਾਂ ਨੂੰ? 3 ਕੰਡੀਸ਼ਨ ਚਾਹੀਦੀ। ਇੱਕ ਕੰਡੀਸ਼ਨ ਚਾਹੀਦੀ ਹੈਗੀ ਆ Vx0 ਵਾਲੀ। ਇਹ ਕਿਉਂ ਚਾਹੀਦੀ ਹੈ? ਜਿਨ੍ਹਾਂ ਨੇ 5A ਐਕਸਰਸਾਈਜ਼ ਕਰੀ ਹੋਊਗੀ ਉਹਨੂੰ ਪਤਾ ਹੋਊਗਾ। ਇੱਕ ਤਾਂ ਆਹ ਚਾਹੀਦਾ ਹੁੰਦਾ ਇਹਦੇ ਵਿੱਚ ਇੱਦਾਂ ਦੇ ਕੁਐਸਚਨ ਸੋਲਵ ਕਰਨ ਵਾਸਤੇ, ਅਤੇ ਇੱਕ ਚਾਹੀਦਾ ਹੁੰਦਾ ਹੈਗਾ ਆਪਣੇ ਕੋਲ V0t ਅਤੇ VBT। 2 ਕੰਡੀਸ਼ਨਾਂ ਆਪਾਂ ਨੂੰ ਆ ਚਾਹੀਦੀਆਂ। V0t ਚਾਹੀਦਾ ਆਪਾਂ ਨੂੰ, ਕੁਛ ਮਰਜ਼ੀ ਆਵੇ ਕੌਂਸਟੈਂਟ ਜਿਹੜੀ ਮਰਜ਼ੀ ਵੈਲਿਊ ਹੋਵੇ, ਅਤੇ VBT ਚਾਹੀਦਾ ਹੈਗਾ। ਅਤੇ 5A ਵਿੱਚ ਕੁਐਸਚਨ ਇਹ ਵੀ ਆਇਆ ਸੀ ਕੰਡੀਸ਼ਨ ਇਹਦੀ ਥਾਂ 'ਤੇ ਆਹ ਕੰਡੀਸ਼ਨ ਹੁੰਦੀ ਸੀਗੀ Vxt ਇਜ਼ ਬਾਊਂਡਡ। ਇੱਦਾਂ ਵੀ ਆਪਾਂ ਸੋਲਵ ਕਰ ਸਕਦੇ ਹੈਗੇ ਹਾਂ। ਮਤਲਬ ਕਿ ਆਪਣਾ ਮੇਨ ਇਹਦੇ 'ਚ ਫੋਕਸ ਇਹ ਹੈ, ਇੱਕ ਤਾਂ ਕੰਡੀਸ਼ਨ ਆਪਾਂ ਆਹ ਬਣਾਉਣੀ Vx0, ਇੱਕ V0t ਬਣਾਉਣੀ ਹੈਗੀ ਆ, ਜਾਂ ਆਹ ਬਣ ਜੇ ਜਾਂ ਆਹ ਬਣ ਜੇ, ਦੋਨਾਂ 'ਚ ਕੋਈ ਇੱਕ ਕੰਡੀਸ਼ਨ ਬਣਾਉਣੀ ਹੈਗੀ ਆਪਾਂ ਨੇ। ਇਹ ਕੰਡੀਸ਼ਨ ਬਣਾ ਕੇ ਕੰਡੀਸ਼ਨਾਂ ਵੀ ਸਾਰੀਆਂ ਹੋ ਜਾਣਗੀਆਂ ਆਪਣੇ ਕੋਲ, ਇਕੁਏਸ਼ਨ ਵੀ ਹੈਗੀ ਆ ਆਪਣੇ ਕੋਲ। ਬਾਕੀ ਜਿਵੇਂ 5A 'ਚ ਕੀਤਾ ਸੀਗਾ ਕਿ ਲੈਪਲੇਸ ਕਰ ਲਵਾਂਗੇ, ਬਾਅਦ 'ਚ ਇਨਵਰਸ ਲੈਪਲੇਸ ਕਰ ਲਵਾਂਗੇ ਆਪਾਂ, ਆਪਣਾ ਉਵੇਂ ਆਨਸਰ ਆ ਜਾਊਗਾ ਇਹਦੇ ਵਿੱਚ। ਹੁਣ ਇਹ ਗੱਲ ਧਿਆਨ ਰੱਖਣੀ ਹੈ। ਵੈਸੇ ਵੀ ਜਿਹੜੀਆਂ ਆਹ ਕੰਡੀਸ਼ਨ ਹੈਗੀਆਂ ਨੇ ਇਹ ਆਪਾਂ ਦੇਖ ਸਕਦੇ ਹੈਗੀਆਂ, ਜਿਹੜੀ ਇੱਥੇ ਟਾਈਮ 0 ਆ, ਟਾਈਮ 0 ਨੂੰ ਕਹਿੰਦੇ ਆਪਾਂ ਇਨੀਸ਼ੀਅਲ, ਇਹ ਇਨੀਸ਼ੀਅਲ ਕੰਡੀਸ਼ਨ ਹੁੰਦੀ ਹੈਗੀ ਆ, ਅਤੇ ਇਹਨੂੰ ਬਾਊਂਡਰੀ ਕੰਡੀਸ਼ਨਸ ਕਹਿੰਦੇ ਆਪਾਂ, ਬਾਊਂਡਰੀ ਕੰਡੀਸ਼ਨਸ। ਜੋ ਨਾਮ ਤਾਂ ਕੋਈ ਖਾਸ ਮੈਟਰ ਨਹੀਂ ਕਰਦਾ ਹੈਗਾ। ਸੋ ਹੁਣ ਕੁਐਸਚਨ ਸਟਾਰਟ ਕਰਦੇ ਹਾਂ ਆਪਾਂ ਨੇ। ਸਭ ਤੋਂ ਮੇਨ ਗੱਲ ਇਹਦੇ ਵਿੱਚ ਇਹ ਹੈਗੀ ਆ ਕਿ ਇਹਨਾਂ ਕੁਐਸਚਨਾਂ ਵਿੱਚ ਕਿ ਆਹ ਕੰਡੀਸ਼ਨਾਂ ਆਪਾਂ ਨੇ ਕਿੱਦਾਂ ਬਣਾਉਣੀਆਂ ਹੋਣਗੀਆਂ, ਬਸ ਇਹ ਧਿਆਨ ਨਾਲ ਦੇਖਣਾ। ਕੰਡੀਸ਼ਨਸ ਬਣ ਗਈਆਂ, ਇਕੁਏਸ਼ਨ ਤਾਂ ਹੈਗੀ ਆ ਆਪਣੇ ਕੋਲ, ਬਾਕੀ ਤਾਂ ਜਿਵੇਂ 5A 'ਚ ਕੁਐਸਚਨ ਕੀਤੇ ਨੇ ਉੱਦਾਂ ਸੋਲਵ ਹੋਣਗੇ। ਮੇਨ ਗੱਲ ਕੰਡੀਸ਼ਨ ਦੀ ਆ, ਕੰਡੀਸ਼ਨ ਕਿੱਦਾਂ ਬਣਨਗੀਆਂ, ਉਹ ਕੰਡੀਸ਼ਨ ਆਪਾਂ ਇਸ ਕੁਐਸਚਨ ਦੇਖਦੇ ਹੈਗੇ ਆ। ਹੁਣ ਇਹ ਆਪਾਂ ਦੇਖ ਸਕਦੇ ਹਾਂ, ਉਹਨਾਂ ਨੇ ਕਿਹਾ ਹੋਇਆ ਹੈਗਾ ਕਿ ਇਨੀਸ਼ੀਅਲੀ ਟੈਂਪਰੇਚਰ 0। ਇਨੀਸ਼ੀਅਲ ਦਾ ਮਤਲਬ ਹੁੰਦਾ ਹੈਗਾ T=0। ਇਨੀਸ਼ੀਅਲ ਮਤਲਬ ਕਿ ਜੋ ਆਪਾਂ ਦੇਖਣਾ ਸਟਾਰਟ ਕੀਤਾ, ਟਾਈਮ 0 ਹੋਊਗਾ, ਅਤੇ ਟੈਂਪਰੇਚਰ ਨੂੰ ਕੀ ਰਿਪਰਜੈਂਟ ਕਰਦਾ V। ਇਨੀਸ਼ਲੀ ਮਤਲਬ ਕੀ ਹੈਗਾ, ਜਦੋਂ ਟਾਈਮ 0 ਹੈਗਾ ਉਦੋਂ V ਵੀ 0 ਹੋਊਗਾ। ਇਹਦਾ ਮਤਲਬ ਇਹ ਹੋ ਗਿਆ। ਤਾਂ ਫਸਟ ਕੰਡੀਸ਼ਨ ਇਹ ਬਣ ਗਈ ਆਪਣੇ ਕੋਲ, ਇਨੀਸ਼ੀਅਲ ਟੈਂਪਰੇਚਰ 0 ਆ ਤਾਂ Vx0। ਇਹ ਥੋੜ੍ਹਾ ਦੇਖਣਾ ਕਿ x ਕਿਉਂ, ਮਤਲਬ ਕਿ ਇਨੀਸ਼ਲੀ ਆਪਾਂ ਇਹਨੂੰ ਕੋਈ ਹੀਟ ਨਹੀਂ ਕੀਤਾ, ਇੱਥੇ ਕੋਈ ਹੀਟ ਨਹੀਂ ਕੀਤੀ, ਤਾਂ ਸਾਰੇ ਕਿਤੇ ਟੈਂਪਰੇਚਰ ਕਿੰਨਾ ਹੋਊਗਾ ਆਪਣੇ ਕੋਲ, 0 ਹੋਊਗਾ। ਇਹ ਦਿੱਤਾ ਹੋਇਆ ਆਪਾਂ ਨੂੰ, ਮਤਲਬ ਕਿ Vx ਕਿਤੇ ਮਰਜ਼ੀ ਕਿਤੇ ਵੀ ਦੇਖ ਸਕਦੇ ਹਾਂ ਆਪਾਂ x 'ਤੇ, ਜਦੋਂ ਟਾਈਮ 0 ਹੋਊਗਾ ਉਦੋਂ ਟੈਂਪਰੇਚਰ ਕਿੰਨਾ ਹੈਗਾ, 0 ਹੋਊਗਾ। ਇਹ ਦਿੱਤਾ ਹੋਇਆ ਆਪਾਂ ਨੂੰ। ਇਹ ਫਸਟ ਕੰਡੀਸ਼ਨ ਬਣ ਗਈ ਆਪਣੇ ਕੋਲ। ਦੂਜੀ ਕੰਡੀਸ਼ਨ ਦੇਖੀਏ ਆਪਾਂ, ਜਦੋਂ ਟਾਈਮ ਦੇਖਣਾ ਆਪਾਂ ਨੇ ਸਟਾਰਟ ਕੀਤਾ, ਇਹ ਸਮਝਣਾ ਧਿਆਨ ਨਾਲ
ਕਿ ਪਹਿਲਾਂ ਆਪਾਂ ਨੇ ਇਹ ਵਾਲਾ ਐਂਡ ਹੀਟ ਕੀਤਾ V0 ਤੱਕ, ਜੋ ਪੂਰਾ ਹੀਟ ਹੋ ਗਿਆ ਇਹਨੂੰ V0 ਤੇ ਹੀ ਮੇਨਟੇਨ ਕੀਤਾ। ਉਸ ਤੋਂ ਬਾਅਦ ਆਪਾਂ ਟਾਈਮ ਦੇਖਣਾ ਸ਼ੁਰੂ ਕੀਤਾ, ਉਸ ਤੋਂ ਬਾਅਦ ਪਹਿਲਾਂ ਆਪਣੇ ਕੋਲ ਇਸ ਕੁਐਸਚਨ ਦੇ ਵਿੱਚ T = 0 ਤੇ ਮਤਲਬ ਟੈਂਪਰੇਚਰ ਜਿਹੜਾ ਹੈਗਾ ਇਹ x = 0 ਤੇ ਅਪਲਾਈ ਕੀਤਾ ਤੇ ਮੇਨਟੇਨ ਕੀਤਾ। ਮਤਲਬ ਜਦੋਂ x 0 ਹੋਊਗਾ, ਟਾਈਮ ਜੋ ਮਰਜ਼ੀ ਹੋਣ, ਟਾਈਮ ਦੇਖਣਾ ਸ਼ੁਰੂ ਕਰਤਾ ਆਪਾਂ, ਟਾਈਮ ਜੋ ਮਰਜ਼ੀ ਹੋਵੇ ਤਾਂ ਇਹ ਵਾਲਾ ਸਿਰਾ ਹਮੇਸ਼ਾ V0 ਤੇ ਹੀ ਮੇਨਟੇਨ ਰੱਖਣਾ। ਮਤਲਬ ਕਿ ਇਹ ਵਾਲਾ ਸਿਰਾ ਜਿਹੜਾ ਹੈਗਾ, ਇਹ ਵਾਲਾ ਐਂਡ ਪੁਆਇੰਟ ਆਪਾਂ ਨੇ V0 ਤੇ ਹੀ ਮੇਨਟੇਨ ਰੱਖਣਾ ਹੈਗਾ, ਟਾਈਮ T ਜਿੰਨਾ ਮਰਜ਼ੀ ਹੋਵੇ, ਇਹ ਨਾ ਘਟਣ ਦੇਣਾ ਨਾ ਵਧਣ। ਮੇਨਟੇਨ ਦਾ ਮਤਲਬ ਇਹੀ ਹੁੰਦਾ ਕਿ ਆਪਾਂ ਨੇ ਇਹ ਟੈਂਪਰੇਚਰ ਓਨਾ ਹੀ ਰੱਖਣਾ, V0 ਹੀ ਰੱਖਣਾ ਆਪਾਂ ਨੇ। ਇਸ ਤੋਂ ਬਾਅਦ ਹੁਣ ਜਿਹੜੀ ਗੱਲ ਦੇਖਣ ਵਾਲੀ ਹੈਗੀ ਹੈ, ਕੰਡੀਸ਼ਨ ਹੋਰ ਤਾਂ ਕੋਈ ਗਿਵਨ ਹੈ ਨਹੀਂ ਇਹਦੇ ਵਿੱਚ, ਇੱਕ ਬਸ ਆਈ ਕੰਡੀਸ਼ਨ, ਇੱਕ ਕੰਡੀਸ਼ਨ ਹੋਰ ਚਾਹੀਦੀ ਹੁੰਦੀ ਹੈਗੀ ਆ। ਉਹ ਕੰਡੀਸ਼ਨ ਜਿਹੜੀ ਹੈਗੀ ਆਪਾਂ ਕੁਐਸਚਨ ਕਰਾਂਗੇ ਵੈਸੇ, ਜਦੋਂ ਇਹ ਇਨਫਾਈਨਾਈਟ ਆ, ਇੱਕ ਤਾਂ ਇੱਥੇ ਕੰਡੀਸ਼ਨ ਚਾਹੀਦੀ ਹੁੰਦੀ ਆ, ਇੱਕ ਅਖੀਰ 'ਚ ਚਾਹੀਦੀ ਕੰਡੀਸ਼ਨ। ਅਖੀਰ ਤਾਂ ਇਨਫਿਨਿਟੀ ਆ, ਉੱਥੇ ਤਾਂ ਕੰਡੀਸ਼ਨ ਬਣਨੀ ਨਹੀਂ ਹੈਗੀ। ਜੇ ਆਪਣੇ ਕੋਲ ਕੁਐਸਚਨ ਅੱਗੇ ਕਰਾਂਗੇ, ਜੇ ਆਪਣੇ ਕੋਲ ਸੋਲਿਡ ਜਿਹੜਾ ਹੈਗਾ ਇੱਦਾਂ ਪੀਸ ਆ, ਉਰੇ x = a ਆ, ਉਰੇ x = b ਆ, ਤਾਂ ਬਾਊਂਡਰੀ ਉੱਪਰ ਆਪਾਂ ਨੂੰ ਟੈਂਪਰੇਚਰ ਚਾਹੀਦਾ ਹੁੰਦਾ ਹੈਗਾ। ਚਲੋ ਇਹਦੇ ਵਿੱਚ ਕੀ ਹੈਗਾ, ਆਪਣੇ ਇੱਕ ਕੰਡੀਸ਼ਨ ਬਣੀ ਆ ਆਪਣੇ ਕੋਲ। ਹੁਣ ਦੂਜੀ ਕੰਡੀਸ਼ਨ ਜਿਹੜੀ ਹੈਗੀ ਆ, ਜਿਵੇਂ ਪਿੱਛੇ ਕਿਹਾ ਸੀ ਆਪਾਂ ਨੇ, ਇੱਕ ਕੰਡੀਸ਼ਨ ਤਾਂ ਚਾਹੀਦੀ ਆਪਾਂ ਨੂੰ। ਦੂਜੀ ਕੰਡੀਸ਼ਨ ਜੇ ਨਹੀਂ ਬਣਦੀ ਹੈਗੀ ਤਾਂ ਇਹਦੇ ਉੱਪਰ ਧਿਆਨ ਦੇਣਾ ਆਪਾਂ ਨੇ ਕਿ ਦੂਜੀ ਕੰਡੀਸ਼ਨ ਇਹ ਹੋਊਗੀ ਬਾਊਂਡਡ। ਬਾਊਂਡਡ ਮਤਲਬ ਪਹਿਲਾਂ ਕੀਤਾ ਹੋਇਆ ਹੈਗਾ ਆਪਾਂ ਨੇ ਕਿ ਇਨਫਿਨਿਟੀ ਨਾ ਹੋਵੇ। ਹੁਣ ਇਹ ਆਪਾਂ ਗੱਲ ਚੈੱਕ ਕਰ ਸਕਦੇ ਹੈਗੇ ਆ, ਇਹ ਬਾਊਂਡਡ, ਦੂਜੀ ਕੰਡੀਸ਼ਨ ਬਾਊਂਡਡ ਕਿਉਂ ਲਈ ਹੈਗੀ ਆ। ਜੇ ਮੰਨ ਲਓ 100 ਤੇ ਮੇਨਟੇਨ ਕਰ ਲਿਆ ਆਪਾਂ ਇਹ ਵਾਲਾ, ਇਹ ਆਪਾਂ ਚੈੱਕ ਕਰ ਸਕਦੇ ਹਾਂ। ਜਿਵੇਂ ਆਪਾਂ ਇਨਫਿਨਿਟੀ 'ਤੇ ਜਾਵਾਂਗੇ, x ਨੂੰ ਇਨਫਿਨਿਟੀ ਅਪਰੋਚ ਕਰਾਵਾਂਗੇ, x ਨੂੰ ਇਨਫਿਨਿਟੀ ਅਪਰੋਚ ਕਰਾਇਆ, ਅੱਗੇ ਜਾਵਾਂਗੇ, ਟੈਂਪਰੇਚਰ ਘਟੇਗਾ ਅੱਗੇ ਜਾ ਕੇ, ਵੀ ਜਿਹੜਾ ਡਿਕਰੀਜ਼ ਹੋਏਗਾ। ਐਂ ਨਹੀਂ ਹੈ ਕਿ ਜੇ ਉਰੇ ਆਪਾਂ 100 ਤੇ ਮੇਨਟੇਨ ਕੀਤਾ, ਇਹ ਮੇਨਟੇਨ ਕੀਤਾ 100 ਤੇ, ਅੱਗੇ ਤਾਂ ਹੀਟ ਫਲੋ ਹੋਣੀ ਹੈ, ਅੱਗੇ ਜਾ ਕੇ ਟੈਂਪਰੇਚਰ ਘਟੀ ਜਾਣਾ। ਮਤਲਬ ਕਿ ਇਹ ਅੰਡਰਸਟੂਡ ਹੈ ਕਿ ਜਿਉਂ ਆਪਾਂ ਅੱਗੇ ਜਾਵਾਂਗੇ, ਜਿਹੜਾ VXT ਹੈਗਾ ਜਾਂ V ਕਹਿ ਲਓ, ਜਿਹੜਾ V ਹੈਗਾ ਇਹ ਇਨਫਿਨਿਟੀ ਨਹੀਂ ਹੋਊਗਾ। ਮਤਲਬ ਕਿ ਐਂ ਨਹੀਂ ਹੈ ਕਿ ਜੇ ਆਪਾਂ 100 ਤੇ ਉਰੇ ਮੇਨਟੇਨ ਕਰਤਾ ਤਾਂ ਅੱਗੇ ਅਖੀਰ ਜਾ ਕੇ ਟੈਂਪਰੇਚਰ ਇਨਫਿਨਿਟੀ ਹੋ ਜਾਊਗਾ। ਨਹੀਂ, ਇਹ ਆਪਾਂ ਨੂੰ ਲੱਗ ਰਿਹਾ ਪਤਾ ਕਿ ਜਿਉਂ ਆਪਾਂ ਅੱਗੇ ਜਾਵਾਂਗੇ ਟੈਂਪਰੇਚਰ ਘਟੇਗਾ, ਮਤਲਬ ਇਨਫਿਨਿਟੀ ਨਹੀਂ ਹੋਏਗਾ। ਜੇ ਇਨਫਿਨਿਟੀ ਨਹੀਂ ਹੋਏਗਾ ਤਾਂ ਬਾਉਂਡਡ ਹੋਊਗਾ। ਇੱਕ ਹੋਰ ਗੱਲ ਆਪਾਂ ਇੱਥੇ ਦੇਖ ਸਕਦੇ ਹੈਗੇ ਆ, ਜੇ ਤਾਂ ਇੱਕ ਕੰਡੀਸ਼ਨ ਤਾਂ ਬਣ ਗਈ, ਜੇ ਦੂਜੀ ਕੰਡੀਸ਼ਨ ਨਹੀਂ ਬਣਦੀ ਹੈਗੀ ਆਪਣੇ ਕੋਲ, ਤਾਂ ਦੂਜੀ ਕੰਡੀਸ਼ਨ ਮੋਸਟਲੀ ਫਿਰ ਆਹੀ ਲੈਣੀ ਆ। ਚਲੋ ਹੁਣ ਇਸ ਤੋਂ ਬਾਅਦ ਤਾਂ ਸਾਰਾ ਕੰਮ ਪੁਰਾਣਾ ਹੀ ਆ। ਹੁਣ ਕੁਐਸਚਨ ਜਿਹੜਾ ਹੈਗਾ 5A 'ਚ ਕਨਵਰਟ ਹੋ ਚੁੱਕਿਆ। ਉਸ ਤੋਂ ਬਾਅਦ ਆਪਾਂ ਜਿਵੇਂ ਪਹਿਲਾਂ ਕਰਦੇ ਹਾਂ, ਲੈਪਲੇਸ ਲੈ ਲਿਆ ਟਰਾਂਸਫਾਰਮ, ਇਹ ਫਾਰਮੂਲੇ ਹੋ ਗਏ ਜੀ। Vx0 ਜਿਹੜਾ ਹੈਗਾ ਆਪਣੇ ਕੋਲ ਇਹ ਦਿੱਤਾ ਹੋਇਆ ਹੈਗਾ, ਇਹ 0 ਹੈਗਾ। ਮੈਂ ਥੋੜ੍ਹਾ ਤੇਜ਼ ਸਪੀਡ ਨਾਲ ਪੜ੍ਹ ਰਿਹਾ ਹੈਗਾ, ਪੁਰਾਣਾ ਹੀ ਕੰਮ ਆ। ਇਹਦੇ ਵਿੱਚੋਂ ਫਿਰ ਆਪਾਂ ਡਿਫਰੈਂਸ਼ੀਅਲ ਇਕੁਏਸ਼ਨ ਬਣਾ ਲਈ, ਉਸ ਤੋਂ ਬਾਅਦ ਇਹਦੇ ਐਗਜ਼ਾਰਬੀ ਇਕੁਏਸ਼ਨ ਬਣਾ ਲਈ, ਇਹ ਰੂਟਸ ਫਾਈਂਡ ਕਰ ਲਏ, ਇੱਥੋਂ ਕੰਪਲੀਮੈਂਟਰੀ ਸੋਲੂਸ਼ਨ ਆ ਗਿਆ ਜਿਵੇਂ ਪਹਿਲਾਂ ਬਣਾਉਂਦੇ ਆ ਰਹੇ ਹਾਂ। 0 ਪਾਰਟੀਕਲ 0 ਹੋ ਗਿਆ, ਜਨਰਲ ਸੋਲੂਸ਼ਨ ਜਿਹੜਾ ਹੈਗਾ ਆਪਣੇ ਕੋਲ ਆਹ ਬਣ ਗਿਆ। ਉਸ ਤੋਂ ਬਾਅਦ ਪਹਿਲਾਂ ਵਾਂਗੂ ਜਿਵੇਂ ਪਿੱਛੇ ਕੀਤਾ ਹੋਇਆ ਆਪਾਂ ਨੇ, ਆਹ ਦੋ ਕੰਡੀਸ਼ਨਸ ਗਿਵਨ ਹੁੰਦੀਆਂ ਨੇ, ਇਹਦਾ ਆਪਾਂ ਲੈਪਲੇਸ ਟਰਾਂਸਫਾਰਮ ਲੈਣਾ ਹੁੰਦਾ। ਇਹਦਾ ਲੈਪਲੇਸ ਟਰਾਂਸਫਾਰਮ ਲਵਾਂਗੇ ਆਪਾਂ, V0 ਦਾ V0 ਬਾਹਰ ਆ ਜਾਏਗਾ, 1/s ਹੋ ਜਾਏਗਾ 1 ਦਾ, ਤਾਂ V0/s ਆ ਗਿਆ। ਇਹ V ਬਾਰ ਬਾਉਂਡਡ ਹੋ ਜਾਏਗਾ, ਜੇ ਬਾਉਂਡਡ ਹੈਗਾ ਤਾਂ V ਬਾਰ x ਜਿਹੜਾ ਹੈਗਾ ਇਨਫਿਨਿਟੀ ਅਪਰੋਚ ਨਹੀਂ ਕਰ ਰਿਹਾ ਹੈਗਾ। ਜੇ C1 ਆਪਾਂ 0 ਨਹੀਂ ਮੰਨਾਂਗੇ, ਸਾਰਾ ਪਿਛਲੇ ਵਾਂਗੂ ਹੀ ਆ, ਤਾਂ V ਜਿਹੜਾ ਹੈਗਾ ਆਪਾਂ 'ਚ ਵੈਲਿਊ ਭਰਾਂਗੇ। ਜੇ ਇਨਫਿਨਿਟੀ ਭਰਾਂਗੇ, ਇਹ ਇਨਫਿਨਿਟੀ ਹੋ ਜਾਊਗਾ, ਇਹ ਮਾਈਨਸ ਇਨਫਿਨਿਟੀ ਹੋ ਜਾਏਗਾ, ਤਾਂ ਇਨਫਿਨਿਟੀ ਹੁੰਦਾ, ਇਹ 0 ਹੋ ਜਾਏਗਾ, ਤਾਂ ਓਵਰਆਲ ਇਨਫਿਨਿਟੀ ਬਣ ਜਾਏਗਾ। ਪਰ ਆਪਾਂ ਨੂੰ ਦਿੱਤਾ ਹੈ ਕਿ ਇਨਫਿਨਿਟੀ ਨਹੀਂ ਹੋਣਾ ਚਾਹੀਦਾ, ਤਾਂ C1 0 ਨਹੀਂ ਹੋ ਸਕਦਾ, ਤਾਂ C1 ਫਿਰ 0 ਹੋਊਗਾ। C1 0 ਤੋਂ ਬਾਅਦ ਫਿਰ V ਬਾਰ ਕੱਢ ਲਿਆ ਆਪਾਂ ਨੇ, ਇਹ V ਬਾਰ ਜਿਹੜੀ ਹੈਗੀ ਹੈ ਵੈਲਿਊ ਭਰਤੀ ਆਪਾਂ, C1 0 ਭਰਤਾ ਇਹਦੇ ਵਿੱਚ, ਤਾਂ ਇਕੱਲੀ ਆਹੀ ਟਰਮ ਬਚ ਗਈ, ਆਹ ਤਾਂ ਖਤਮ ਹੋ ਗਈ। ਇਸ ਤੋਂ ਬਾਅਦ ਦੂਜੀ ਕੰਡੀਸ਼ਨ ਲਾਈ ਆਪਾਂ ਨੇ, x 0 ਭਰਤਾ, ਇਹਦੀ ਵੈਲਿਊ ਪਤਾ ਆਪਾਂ ਨੂੰ V0/s C2 ਦੀ ਵੈਲਿਊ ਆ ਗਈ ਆਪਣੇ ਕੋਲ। ਚਲੋ ਇਹ ਸਾਰਾ ਸੋਲਵ ਕਰਨ ਤੋਂ ਫਿਰ ਆਪਾਂ ਇਨਵਰਸ ਲੈਪਲੇਸ ਲੈਣਾ ਹੁੰਦਾ, ਇਨਵਰਸ ਲੈਪਲੇਸ ਲੈ ਕੇ ਇਹ 'ਚ ਹੀ ਬਣ ਗਈ।
ਵੀ ਨੋਟ ਕਾਮਨ ਬਾਹਰ ਆ ਗਿਆ ਅਤੇ ਇਹਦੇ ਵਿੱਚ ਇਹ ਫਾਰਮੂਲਾ ਹੋ ਗਿਆ ਇਨਵਰਸ ਲੈਪਲੇਸ ਆਫ ਈ ਦੀ ਪਾਵਰ ਮਾਈਨਸ ਅਲਫਾ ਰੂਟ ਐਸ ਅਪੋਨ ਐਸ। ਇਹ ਐਰਰ ਫੰਕਸ਼ਨ ਕੰਪਲੀਮੈਂਟ ਅਲਫਾ ਬਾਈ 4 ਰੂਟ ਟੀ ਅਲਫਾ ਬਾਈ 2 ਰੂਟ ਟੀ ਹੁੰਦਾ। ਇੱਥੇ ਅਲਫਾ ਜਿਹੜਾ ਹੈਗਾ ਆਪਣੇ ਕੋਲ ਐਕਸ ਅਪੋਨ ਅੰਡਰਰੂਟ ਲੈਮਡਾ ਹੈਗਾ, ਤਾਂ ਇਹ ਬਣ ਗਿਆ ਆਪਣੇ ਕੋਲ, ਇਹ ਆ ਗਿਆ ਅਲਫਾ 2 ਰੂਟ ਟੀ। ਇਹ ਆਪਣਾ ਆਨਸਰ ਆ ਗਿਆ। ਇਹ ਸਾਰਿਆਂ ਵਾਸਤੇ ਆਇਆ। ਪਰ ਸਟੇਟਮੈਂਟ ਕੀ ਹੈਗੀ ਆਪਣੇ ਪੁੱਛਿਆ ਕੀ ਉਹਨਾਂ ਨੇ ਕਿ ਟੀ ਇਕੁਅਲ 1/16 ਵਾਸਤੇ ਕਿੰਨਾ ਹੋਊਗਾ ਟੈਂਪਰੇਚਰ। ਤਾਂ ਫਿਰ ਆਪਾਂ ਇਹਦੇ ਵਿੱਚ ਇਸ ਤੋਂ ਬਾਅਦ ਟੀ ਇਕੁਅਲ 1/16 ਭਰਤਾ। ਟੀ ਇਕੁਅਲ 1/16 ਭਰਾਂਗੇ ਆਪਾਂ ਇਹਦੇ ਵਿੱਚ, ਤਾਂ 16 ਦਾ ਰੂਟ 1/4 ਹੋ ਗਿਆ। ਇਹ ਵੈਲਿਊ ਭਰ ਕੇ ਇਹ ਆਪਣਾ ਆਨਸਰ ਆ ਗਿਆ। ਉਦੋਂ ਤੱਕ ਆਪਣਾ ਆਨਸਰ ਸਹੀ ਆ। ਇਹ ਪਿੱਛੇ ਮੈਚ ਕਰਾਉਣ ਵਾਸਤੇ ਕੱਢਿਆ ਆਨਸਰ। ਐਰਰ ਫੰਕਸ਼ਨ ਕੰਪਲੀਮੈਂਟ ਜਿਹੜਾ ਹੁੰਦਾ 1 ਮਾਈਨਸ ਐਰਰ ਫੰਕਸ਼ਨ ਐਕਸ ਹੁੰਦਾ ਹੈਗਾ। ਇੱਕ ਕੁਐਸਚਨ ਹੋਰ ਕਰ ਲੈਣਾ ਆਪਾਂ ਇਹਨੂੰ ਸਮਝਣ ਵਾਸਤੇ। ਚੌਥਾ ਕੁਐਸਚਨ ਕਰ ਰਹੇ ਹਾਂ ਆਪਾਂ ਹੁਣ। ਇਹ ਜਿਹੜਾ ਪਹਿਲਾ ਸੀ ਆਪਣੇ ਕੋਲ ਉਹ ਇਨਫਾਈਨਾਈਟ ਸੀਗਾ। ਇਹ ਸਲੈਬ ਮਤਲਬ ਹੋ ਗਿਆ ਆਪਣੇ ਕੋਲ ਦੋਨੇ ਐਂਡ ਪੁਆਇੰਟ ਹੈਗੇ ਨੇ। ਪਿਛਲੇ ਕੁਐਸਚਨ ਦੇ ਵਿੱਚ ਇੱਕ ਐਂਡ ਪੁਆਇੰਟ ਹੈਗਾ ਸੀ, ਦੂਜਾ ਐਂਡ ਪੁਆਇੰਟ ਨਹੀਂ ਹੈਗਾ ਸੀਗਾ। ਚਲੋ ਇਹ ਦੇਖਦੇ ਹਾਂ ਆਪਾਂ। ਇੱਕ ਇਨਫਾਈਨਾਈਟ ਸਲੈਬ ਆ ਮਟੀਰੀਅਲ ਜਿਹਦੇ ਵਾਸਤੇ ਲੈਮਡਾ ਇਜ਼ ਇਕੁਅਲ ਟੂ 1। ਇਹ ਬੁੱਕ 'ਚ ਗਲਤ ਆ, ਸਟੇਟਮੈਂਟ ਠੀਕ ਕਰ ਲਈ, ਉੱਤੇ ਸੀ ਪਾਇਆ ਹੈ। ਅਤੇ ਆਰ ਐਕਸ ਇਕੁਅਲ ਟੂ 0 ਐਂਡ ਐਕਸ ਇਕੁਅਲ ਟੂ 1 are kept at temperature 0 and 1 respectively until the temperature distribution becomes y equal to x. After t equal to 0 both faces are held at temperature 0. Find the temperature yxt at any point t. ਬਸ ਕੰਡੀਸ਼ਨ ਧਿਆਨ ਰੱਖਣੀ ਹੈ। ਪਹਿਲਾਂ ਆਪਾਂ ਦੇਖਿਆ ਕਿ ਇਹ ਹੀਟ ਦੀ ਗੱਲ ਕਰ ਰਿਹਾ, ਟੈਂਪਰੇਚਰ ਦੀ ਗੱਲ ਕਰ ਰਿਹਾ ਹੈਗਾ, ਤਾਂ ਆਪਾਂ ਇਹਦੇ 'ਚ ਹੀਟ ਇਕੁਏਸ਼ਨ ਯੂਜ਼ ਕਰਨੀ ਹੈ। ਇਹ ਕੋਈ ਫਰਕ ਨਹੀਂ ਪੈਂਦਾ। ਉਹਨਾਂ ਨੇ ਉਰੇ ਵਾਈ ਦੀ ਗੱਲ ਕੀਤੀ ਹੈਗੀ ਆ। ਆਪਣੇ ਕੋਲ ਇਸ ਕੇਸ 'ਚ ਵੀ ਜਿਹੜਾ ਹੈਗਾ ਉਹ ਵਾਈ ਆ। ਇਹ ਗੱਲ ਦਿੱਤੀ ਹੋਈ ਆ ਆਪਾਂ ਨੂੰ। ਹੁਣ ਇਹ ਸਟੇਟਮੈਂਟ ਸਮਝਣੀ ਹੈ। ਇਹਦਾ ਮਤਲਬ ਕੀ ਬਣਿਆ, ਫੇਸਿਸ ਜਿਹੜੇ ਹੈਗੇ ਨੇ ਐਟ ਐਕਸ ਇਕੁਅਲ ਟੂ 0 ਐਂਡ ਐਕਸ ਇਕੁਅਲ ਟੂ 1 ਆਰ ਕੈਪਟ ਐਟ ਟੈਂਪਰੇਚਰ 0 ਐਂਡ 1 ਰਿਸਪੈਕਟਿਵਲੀ। ਇਹਦਾ ਮਤਲਬ ਕੀ ਬਣਿਆ, ਸਟਾਰਟਿੰਗ ਵਿੱਚ ਇਹ ਵਾਲਾ ਸਿਰਾ ਆਪਣੇ ਕੋਲ ਨੋਰਮਲ ਆ ਅਤੇ ਇਹ 0 ਟੈਂਪਰੇਚਰ 'ਤੇ ਆ, ਅਤੇ ਇਹ ਵਾਲਾ 1 ਟੈਂਪਰੇਚਰ 'ਤੇ ਆ। ਇਹਨੂੰ ਛੱਡਤਾ ਉਹਨਾਂ ਨੇ। ਹੁਣ ਇਹਦਾ ਟੈਂਪਰੇਚਰ ਘੱਟ ਆ, ਇਹਦਾ ਟੈਂਪਰੇਚਰ ਵੱਧ, ਹੀਟ ਫਲੋ ਹੋਏਗੀ। ਜੋ ਹੀਟ ਫਲੋ ਹੋਏਗੀ, ਹੀਟ ਫਲੋ ਹੋਣ ਤੋਂ ਬਾਅਦ ਜੋ ਪ੍ਰੋਪਰ ਸਾਰੀ ਹੀਟ ਫਲੋ ਹੋ ਗਈ, ਮਤਲਬ ਜਦੋਂ ਅੰਦਰ ਜਿਹੜੀ ਡਿਸਟਰੀਬਿਊਸ਼ਨ ਹੈਗੀ ਆ ਇਹ ਵਾਈ ਇਕੁਅਲ ਟੂ ਐਕਸ ਬਣ ਗਈ। ਵਾਈ ਇਕੁਅਲ ਟੂ ਐਕਸ ਆਪਾਂ ਚੈੱਕ ਕਰ ਸਕਦੇ ਹੈਗੇ ਹਾਂ। ਮਤਲਬ ਕੀ ਹੋ ਗਿਆ, ਵਾਈ ਇਕੁਅਲ ਟੂ ਐਕਸ, ਉਰੇ ਐਕਸ ਆਪਣੇ ਕੋਲ 0 ਆ ਅਤੇ ਉਰੇ ਐਕਸ 1 ਆ। ਵਾਈ ਇਕੁਅਲ ਟੂ ਐਕਸ ਡਿਸਟਰੀਬਿਊਸ਼ਨ ਮਤਲਬ ਕੀ ਹੋ ਗਿਆ ਕਿ ਜੇ ਐਕਸ ਆਪਾਂ ਹਾਫ ਲਵਾਂਗੇ ਤਾਂ ਉਰੇ ਟੈਂਪਰੇਚਰ 1/2 ਹੋਊਗਾ। ਜੇ ਆਪਾਂ ਐਕਸ 0.7 ਲਵਾਂਗੇ ਤਾਂ ਉਰੇ 0.7 ਟੈਂਪਰੇਚਰ ਹੋਊਗਾ। ਜੋ ਅੰਦਰ ਟੈਂਪਰੇਚਰ ਹੈਗਾ ਇਹ ਵਾਈ ਇਕੁਅਲ ਟੂ ਐਕਸ ਬਣ ਗਿਆ। ਮਤਲਬ ਹਰੇਕ ਪੁਆਇੰਟ 'ਤੇ ਆਪਾਂ ਟੈਂਪਰੇਚਰ ਕੱਢ ਸਕਦੇ ਹੈਗੇ ਕਿ ਵਾਈ ਇਕੁਅਲ ਟੂ ਐਕਸ ਵਾਸਤੇ, ਮਤਲਬ ਐਕਸ ਇਕੁਅਲ ਟੂ ਹਾਫ ਵਾਸਤੇ ਟੈਂਪਰੇਚਰ ਇੱਥੇ ਹਾਫ ਹੋਊਗਾ, 0.7 ਵਾਸਤੇ 0.7 ਹੋਊਗਾ, 0.2 ਵਾਸਤੇ 0.2 ਹੋਊਗਾ। ਇਹ ਡਿਸਟਰੀਬਿਊਸ਼ਨ ਬਣ ਗਈ। ਕੁਐਸਚਨ ਸਟਾਰਟ ਨਹੀਂ ਹੋਇਆ, ਪਹਿਲਾਂ ਉਹਨਾਂ ਨੇ ਹੀਟ ਕੀਤਾ ਹਜੇ। ਇਹ ਇਨੀਸ਼ੀਅਲ ਆ, ਸਟਾਰਟਿੰਗ 'ਚ ਹਜੇ। ਜਦੋਂ ਅੰਦਰਲੀ ਡਿਸਟਰੀਬਿਊਸ਼ਨ ਜਿਹੜੀ ਹੈਗੀ ਆ ਉਹ ਵਾਈ ਇਕੁਅਲ ਟੂ ਐਕਸ ਬਣ ਗਈ, ਇਸ ਤੋਂ ਬਾਅਦ ਉਹਨਾਂ ਨੇ ਕੀ ਕੀਤਾ ਕਿ ਆਹ ਦੋਨੇ ਸਿਰੇ ਜਿਹੜੇ ਹੈਗੇ ਨੇ ਇਹ ਆਈਸੋਲੇਟ ਕਰਤੇ। ਆਈਸੋਲੇਟ ਜਿਵੇਂ ਆਪਾਂ ਥਰਮੋਸ ਕਹਿ ਸਕਦੇ ਹੈਗੇ। ਥਰਮੋਸ ਦੇ ਬਾਹਰ ਟੈਂਪਰੇਚਰ ਜਿਹੜਾ ਹੈਗਾ ਵਾਲ 'ਤੇ ਟੈਂਪਰੇਚਰ, ਅੰਦਰ ਦਾ ਚੀਜ਼ ਗਰਮ ਪਈ ਆ ਥਰਮੋਸ ਦੇ ਵਿੱਚ ਅਤੇ ਬਾਹਰ ਟੈਂਪਰੇਚਰ 0 ਆ, ਇੱਦਾਂ ਕਹਿ ਲਓ। ਬਾਹਰ ਟੈਂਪਰੇਚਰ ਮੇਨਟੇਨ ਰਹਿੰਦਾ ਕਿਉਂਕਿ ਇਹ 'ਚ ਹੀਟ ਫਲੋ ਨਹੀਂ ਕਰਦੀ ਹੈਗੀ। ਆਈਸੋਲੇਟ ਮਤਲਬ ਕਿ ਅੱਗੇ ਹੀਟ ਫਲੋ, ਇਹਨਾਂ 'ਚ ਹੀਟ ਫਲੋ ਨਹੀਂ ਕਰ ਰਹੀ। ਮਤਲਬ ਇਹ ਦੋਨੇ ਜਿਹੜੇ ਹੈਗੇ ਨੇ ਸਿਰੇ, ਇਹ ਉਹਨਾਂ ਨੇ ਵਾਈ ਇਕੁਅਲ ਟੂ 0 ਕਰਤਾ, ਟੈਂਪਰੇਚਰ 0 ਕਰਤਾ ਉਰੇ। ਹੁਣ ਐਕਸਪੈਰੀਮੈਂਟ ਸ਼ੁਰੂ ਕਰ ਰਹੇ ਹੈਗੇ ਨੇ। ਐਕਸਪੈਰੀਮੈਂਟ ਸ਼ੁਰੂ ਕਿਵੇਂ ਕੀਤਾ, ਅੰਦਰ ਟੈਂਪਰੇਚਰ ਜਿਹੜਾ ਹੈਗਾ ਉਹ ਵਾਈ ਇਕੁਅਲ ਟੂ ਐਕਸ ਆ। ਉਸ ਤੋਂ ਬਾਅਦ ਇਹ ਦੋਨੇ ਸਿਰੇ ਉਹਨਾਂ ਨੇ ਆਈਸੋਲੇਟ ਕਰਤੇ, ਮਤਲਬ ਇਹ ਦੋਨੇ ਸਿਰਿਆਂ 'ਤੇ ਟੈਂਪਰੇਚਰ ਜਿਹੜਾ ਹੈਗਾ ਆਪਣੇ ਕੋਲ 0 ਆ। ਚਲੋ ਹੁਣ ਕੁਐਸਚਨ ਸਟਾਰਟ ਕਰਨਾ। ਇਸ ਤੋਂ ਬਾਅਦ ਮੈਂ ਪੁੱਛਿਆ ਹੈ ਕਿ
ਡਿਸਟ੍ਰੀਬਿਊਸ਼ਨ ਕਿੰਨੀ ਹੋਊਗੀ। ਚਲੋ ਦੇਖਦੇ ਹਾਂ ਆਪਾਂ। ਜੋ ਹੀਟ ਦੀ ਗੱਲ ਹੋ ਰਹੀ ਹੈ, ਹੀਟ ਇਕੁਏਸ਼ਨ ਆ ਗਈ। ਕੰਡੀਸ਼ਨਾਂ ਆਪਾਂ 3 ਬਣਾਉਣੀਆਂ ਆਪਾਂ ਉਵੇਂ। ਹੁਣ ਫਸਟ ਕੰਡੀਸ਼ਨ ਦੇਖੀਏ ਆਪਾਂ, ਇਨੀਸ਼ੀਅਲੀ ਕੀ ਹੋ ਰਿਹਾ ਸੀ। ਇਨੀਸ਼ੀਅਲੀ ਟੈਂਪਰੇਚਰ ਕਿੰਨਾ ਸੀ, y=x, ਜੋ ਦੇਖਣਾ ਸ਼ੁਰੂ ਕੀਤਾ। ਮਤਲਬ ਇਨੀਸ਼ੀਅਲ ਹੋ ਗਿਆ ਜੋ t=0 ਸੀਗਾ, ਉਦੋਂ ਟੈਂਪਰੇਚਰ ਕਿੰਨਾ ਹੈਗਾ, y=x ਆ। ਹੁਣ ਅੱਗੇ ਕੰਡੀਸ਼ਨ ਦੇਖਣੀ ਸੋ ਆਹ ਬਾਊਂਡਰੀ ਕੰਡੀਸ਼ਨ ਦੇਖਣੀ ਹੈ ਕਿ ਉਰੇ ਕੀ ਹੋਊਗਾ। ਜਦੋਂ ਸ਼ੁਰੂ ਕੀਤਾ ਹੈਗਾ ਆਪਾਂ ਨੇ, ਉਦੋਂ ਇਹ ਦੋਨੇ ਸਿਰੇ ਆਪਾਂ ਨੇ ਆਈਸੋਲੇਟ ਕਰਤੇ ਸੀ। ਮਤਲਬ ਕਿ ਟਾਈਮ ਜੋ ਮਰਜ਼ੀ ਹੋਵੇ, ਉਰੇ ਹੀਟ ਫਲੋ ਨਹੀਂ ਹੋਏਗੀ। ਜ਼ੀਰੋ ਟੈਂਪਰੇਚਰ ਆ ਮਤਲਬ। ਤਾਂ y0t ਜਿਹੜਾ ਹੈਗਾ ਆਪਣੇ ਕੋਲ 0 ਆ, ਅਤੇ y1t ਜਿਹੜਾ ਹੈਗਾ ਇਹ ਵੀ 0 ਆ, ਬਿਕੋਜ਼ ਇਹ ਦੋਨੇ ਮੇਨਟੇਨ ਕਰਤੇ ਆਪਾਂ ਨੇ। ਬਾਕੀ ਇਸ ਤੋਂ ਬਾਅਦ ਸਿੰਪਲ ਆ ਕੁਐਸਚਨ। ਕੰਡੀਸ਼ਨਾਂ ਸਾਰੀਆਂ ਬਣ ਚੁੱਕੀਆਂ ਨੇ। ਫਿਰ ਉਵੇਂ ਆਪਾਂ ਲੈਪਲੇਸ ਲੈ ਲਿਆ। ਪਹਿਲਾਂ ਲੈਪਲੇਸ ਲਿਆ, ਫਾਰਮੂਲਾ ਹੋ ਗਿਆ, ਇਹ ਵੀ ਫਾਰਮੂਲਾ ਬਣ ਗਿਆ ਆਪਣੇ ਕੋਲ। ਇਹ y(x0) ਦੀ ਵੈਲਿਊ ਹੋ ਗਈ, -x ਟਰਮਜ਼ ਇੱਕ ਦੋ ਪਾਸੇ ਰੀਅਰੇਂਜ ਕਰ ਲਈਆਂ ਆਪਾਂ ਨੇ। ਇਹ ਆ ਗਿਆ ਆਪਣੇ ਕੋਲ, ਐਗਜ਼ਾਰੀ ਇਕੁਏਸ਼ਨ ਬਣਾ ਲਈ, ਰੂਟਸ ਨਿਕਲ ਗਏ। ਇਹ C1 C2 ਕਰਕੇ 2 ਆਂਸਰ ਆ ਗਏ ਆਪਣੇ ਕੋਲ। ਫਿਰ yp ਕੱਢਿਆ। ਹੁਣ ਇਹ x ਵਾਲੀ ਫਾਰਮ ਆ, ਇਹ 'ਚ ਲਾਉਣੀ ਹੁੰਦੀ ਆ ਆਪਾਂ ਨੇ ਬਾਇਨੋਮੀਅਲ ਥਿਊਰਮ। ਇਹਦੇ ਵਿੱਚ ਪਹਿਲਾਂ -s ਬਾਹਰ ਕੱਢਿਆ, ਇਹ ਟਰਮ ਚੱਕ ਕੇ ਆਪਾਂ ਉੱਪਰ ਲੈ ਗਏ। ਫਿਰ ਬਾਇਨੋਮੀਅਲ ਥਿਊਰਮ ਦਾ ਫਾਰਮੂਲਾ ਹੁੰਦਾ, ਇਹ ਫਾਰਮੂਲਾ ਅਪਲਾਈ ਕੀਤਾ, ਇਹ ਮਲਟੀਪਲਾਈ ਕਰਾਂਗੇ, ਇਹ -x ਆ ਜਾਊਗਾ, d² ਹੋ ਗਿਆ ਡਬਲ ਡੈਰੀਵੇਟਿਵ 0 ਆਏਗਾ, 4 ਡੈਰੀਵੇਟਿਵ ਸਾਰੇ 0 ਹੋਣਗੇ। ਤਾਂ ਇੱਕੋ ਟਰਮ ਬਚ ਗਈ ਆਪਣੇ ਕੋਲ x/s। ਫਿਰ ਦੋਨੇ ਕੰਪਲੀਮੈਂਟਰੀ ਪਾਰਟੀਕੂਲਰ ਸੋਲਿਊਸ਼ਨ ਆਪਾਂ ਨੇ ਐਡ ਕਰ ਲਏ। ਐਡ ਕਰਕੇ ਇਹ ਆਪਣਾ ਆਂਸਰ ਆ ਗਿਆ। ਹੁਣ ਇਹ ਦੋ ਕੰਡੀਸ਼ਨ ਲਾਉਣੀਆਂ ਨੇ, ਉਵੇਂ ਲੈਪਲੇਸ ਲੈ ਕੇ ਦੋਨੇ 0 ਬਣ ਗਈਆਂ। x=0 ਅਤੇ x=1 ਭਰਿਆ ਇਹਦੇ ਵਿੱਚ, x=0 ਭਰਿਆ ਆਪਣੇ ਕੋਲ ਇਹ ਸਾਰੇ ਵਿੱਚ। e⁻0 1 ਹੋ ਗਿਆ, e⁻0 1 ਹੋ ਗਿਆ। ਇਹ ਆਪਣੇ ਕੋਲ C1 + C2 0 ਆ ਗਿਆ, C2 ਦੀ ਵੈਲਿਊ ਆ ਗਈ ਆਪਣੇ ਕੋਲ। ਦੂਜੀ ਕੰਡੀਸ਼ਨ x=1 ਭਰਾਂਗੇ ਤਾਂ ਇਹ ਵੈਲਿਊ ਜਿਹੜੀ ਹੈਗੀ ਆ 0 ਹੋ ਜਾਏਗੀ। ਜੇ 1 ਭਰਾਂਗੇ ਆਪਾਂ, ਇਹ 1/s ਹੋਊਗਾ। ਦੂਜੇ ਪਾਸੇ ਲੈ ਗਏ -1/s ਆ ਜਾਏਗਾ। ਨੰਬਰਿੰਗ 3 4 'ਚ ਭਰਤਾ, ਕਾਮਨ ਕੱਢ ਲਿਆ, ਇੱਥੋਂ C1 ਆ ਜਾਏਗਾ ਆਪਣੇ ਕੋਲ, ਅੱਗੇ C2 ਆ ਜਾਏਗਾ। ਬਸ ਥੋੜ੍ਹਾ ਕੁਐਸਚਨ ਮੈਂ ਤਾਂ ਹੀ ਕਰਵਾ ਰਿਹਾ ਸੀ, ਇੱਕ ਤਾਂ ਇਹ 'ਚ ਕੰਸੈਪਟ ਆ ਕਿ C1 C2 ਮੋਸਟਲੀ ਪਹਿਲਾਂ 0 ਆਉਂਦੇ ਸੀ ਆਪਣੇ ਕੋਲ, ਉਰੇ C1 C2 ਦੀ ਵੈਲਿਊ ਆ ਰਹੀ ਹੈ। ਅਤੇ ਕੁਐਸਚਨ ਸੋਲਵ ਕਿਵੇਂ ਕਰਨਾ ਤਾਂ ਧਿਆਨ ਨਾਲ ਸਮਝਣਾ ਜੀ। ਚਲੋ ਇਹ ਸਾਰੀ ਵੈਲਿਊ ਚੱਕ ਕੇ ਆਪਾਂ C1 C2 ਸਟੇਟਮੈਂਟ 'ਚ ਭਰਤੀਆਂ, ਆਹ ਆਪਣਾ ਆਂਸਰ ਆ ਗਿਆ। ਹੁਣ ਕਿਵੇਂ ਸੋਲਵ ਕਰ ਰਹੇ ਹੈਗੇ ਆਪਾਂ, ਇਹਨਾਂ ਦੋਨਾਂ ਦਾ ਐਲਸੀਐਮ ਲਿਆ, ਸੇਮ ਹੀ ਆ ਗਿਆ। ਪਹਿਲਾਂ ਆਹ ਟਰਮ ਪਾਈ ਆ, ਫਿਰ ਆਹ ਵਾਲੀ ਟਰਮ ਪਾਈ ਆ। ਇਹ ਟਰਮ ਐਜ਼ ਇਟ ਇਜ਼ ਆ, ਇਹ ਐਜ਼ ਇਟ ਇਜ਼ ਆ ਗਈ। ਇਹਦੇ ਵਿੱਚੋਂ ਆਪਾਂ ਨੀਚੋਂ e⁻√s ਬਾਹਰ ਕੱਢ ਲਿਆ। ਇੱਥੇ ਫਿਰ e⁻−2√s ਆ ਜਾਏਗਾ। ਅਤੇ ਇਹ ਵਾਲੀ ਟਰਮ ਚੱਕ ਕੇ ਆਪਾਂ ਉੱਪਰ ਲੈ ਗਏ, ਪਾਵਰ ਜਿਹੜੀ ਹੈਗੀ ਆ ਉਹ -1 ਆ ਗਈ। ਇਹ ਬਾਇਨੋਮੀਅਲ ਲਾਉਣੀ ਆ ਤਾਂ ਆਪਾਂ ਸੋਲਵ ਕਰ ਰਹੇ ਹੈਗੇ ਹਾਂ। ਉਸ ਤੋਂ ਬਾਅਦ ਇਹ ਬਾਇਨੋਮੀਅਲ ਪਿੱਛੇ ਲਿਖਿਆ ਹੋਇਆ ਫਾਰਮੂਲਾ ਆਪਾਂ ਨੇ, ਇਹਨੂੰ ਸਮੇਸ਼ਨਰੀ ਫਾਰਮ 'ਚ ਇੱਦਾਂ ਲਿਖ ਸਕਦੇ ਹੈਗੇ ਹਾਂ। m0 ਪੁੱਟ ਕਰਾਂਗੇ x⁻0 1 ਆ ਜਾਏਗਾ, m1 ਪੁੱਟ ਕਰਾਂਗੇ x ਆ ਜਾਏਗਾ, m2 ਪੁੱਟ ਕਰਾਂਗੇ x² ਆ ਜਾਏਗਾ। ਸਮੇਸ਼ਨਰੀ ਫਾਰਮ 'ਚ ਲਿਖ ਲਿਆ ਆਪਾਂ ਨੇ। ਤਾਂ ਥੋੜ੍ਹਾ ਦੇਖਣਾ ਆਪਾਂ ਉਰੇ, ਇਹ x ਆ ਤਾਂ x ਦੀ ਪਾਵਰ ਲੈਣੀ ਆਪਾਂ m, ਤਾਂ x ਦੀ ਪਾਵਰ m ਆ ਗਿਆ। ਸਮੇਸ਼ਨ ਬਾਇਨੋਮੀਅਲ ਲਾ ਕੇ ਆਇਆ ਜੀ। ਇਸ ਤੋਂ ਬਾਅਦ ਇੱਕ ਹੋਰ ਸਟੈਪ ਕੀਤਾ ਆਪਾਂ ਨਾਲ ਦੀ ਨਾਲ, ਜਿਹਦੇ ਵਿੱਚ ਜਿਹੜੀ ਆਹ ਟਰਮ ਸੀ ਆਪਾਂ ਇਹ ਉੱਪਰ ਲੈ ਗਏ, ਪਾਵਰ ਸਬਟਰੈਕਟ ਹੋ ਜਾਏਗੀ। ਇਹਨਾਂ ਦੋਨਾਂ ਵਿੱਚੋਂ ਫਿਰ ਆਪਾਂ √s ਕਾਮਨ ਕੱਢ ਲਿਆ, ਮਾਈਨਸ ਦਾ, ਇਹਦੇ ਵਿੱਚੋਂ ਵੀ ਆਪਾਂ √s ਕਾਮਨ ਕੱਢ ਲਿਆ। ਇਹ ਟਰਮ ਇੱਦਾਂ ਬਣੀ ਸੀ। ਇਸ ਤੋਂ ਬਾਅਦ ਇਹ m ਆਪਾਂ ਅੰਦਰ ਮਲਟੀਪਲਾਈ ਕਰਤਾ। ਹੁਣ ਆਹ ਟਰਮ ਜਿਹੜੀ ਹੈਗੀ ਆ ਪਹਿਲਾਂ ਇਹਨਾਂ ਮਲਟੀਪਲਾਈ ਕੀਤੀ ਆਪਾਂ ਚੈੱਕ ਕਰ ਸਕਦੇ ਹਾਂ, s ਤਾਂ ਨੀਚੇ ਆ ਜਾਊਗਾ ਓਵਰਆਲ। ਇਹ ਮਲਟੀਪਲਾਈ ਕੀਤਾ, ਪਾਵਰਾਂ ਇਕੱਠੀਆਂ ਕਰ ਲਈਆਂ, √s ਕਾਮਨ ਕੱਢ ਲਿਆ, ਇੱਥੋਂ x +−√s ਕਾਮਨ ਕੱਢਿਆ, x+1 ਆ ਗਿਆ, ਇੱਥੋਂ ਆ ਗਿਆ 2m। ਸਿਮਿਲਰਲੀ ਇਹ ਮਲਟੀਪਲਾਈ ਕਰਤਾ ਇਹਨਾਂ ਨਾਲ, ਸਮੇਸ਼ਨ ਨਿਕਲ ਕੇ ਇਹਦੇ 'ਚ √s ਕਾਮਨ ਕੱਢ ਲਿਆ, ਇਹ ਚੀਜ਼ ਬਣ ਗਈ ਆਪਣੇ ਕੋਲ। ਇਹ ਧਿਆਨ ਰੱਖਿਓ, ਜਿਹੜਾ x/s ਆ ਇਹ ਇੱਦਾਂ ਹੀ ਰਹੂਗਾ।
ਉਸ ਤੋਂ ਬਾਅਦ ਆਪਾਂ ਨੇ ਇਹ ਐਸ ਕੱਲਾ ਕੱਲਾ ਡਿਵਾਈਡ ਕੀਤਾ ਅਤੇ ਅੰਦਰ ਲੈ ਗਏ ਸਮੇਸ਼ਨ ਦੇ ਸਮੇਸ਼ਨ ਤੋਂ ਲੈ ਕੇ ਆਹ ਬਣ ਗਿਆ, ਇਹ ਬਣ ਗਿਆ। ਚਲੋ ਇਹ ਸਾਰਾ ਸੋਲਵ ਹੋ ਗਿਆ। ਇਸ ਤੋਂ ਬਾਅਦ ਆਪਾਂ ਨੇ ਇਨਵਰਸ ਲੈਪਲੇਸ ਟਰਾਂਸਫਾਰਮ ਲਿਆ। ਚਲੋ ਇੱਥੇ ਇਨਵਰਸ ਲੈਪਲੇਸ ਟਰਾਂਸਫਾਰਮ, ਇਨਵਰਸ ਲੈਪਲੇਸ ਟਰਾਂਸਫਾਰਮ, ਇਨਵਰਸ ਲੈਪਲੇਸ ਟਰਾਂਸਫਾਰਮ। ਹੁਣ ਇਹ ਫਾਰਮੂਲਾ ਪਿੱਛੇ ਵੀ ਕੀਤਾ ਆਪਾਂ ਹੁਣੀ। ਇਹ ਫਾਰਮੂਲਾ ਹੈਗਾ ਈ ਦੀ ਪਾਵਰ ਵਾਲਾ, ਇਹ ਐਰਰ ਫੰਕਸ਼ਨ ਕੰਪਲੀਮੈਂਟ ਵਾਲਾ। ਗੌਰ ਨਾਲ ਦੇਖੀਏ ਆਪਾਂ, ਇਹ ਅਲਫਾ, ਇਹ ਆਪਣੇ ਕੋਲ ਸਾਰਾ ਅਲਫਾ ਹੋ ਗਿਆ, ਅਤੇ ਉਰੇ ਵੀ ਆਪਣੇ ਕੋਲ ਇਹ ਸਾਰਾ ਅਲਫਾ ਹੋ ਗਿਆ। ਇਹ ਅਲਫਾ ਹੋ ਗਿਆ ਤਾਂ ਫਾਰਮੂਲਾ ਇਹ ਬਣ ਗਿਆ ਅਲਫਾ ਅਪੋਨ 2√T ਹੁੰਦਾ, ਇਹ 2√T ਆ ਗਿਆ। ਇਹ ਵੀ ਅਲਫਾ ਅਪੋਨ 2√T ਆ ਗਿਆ। ਇੱਕ ਥੋੜ੍ਹੀ ਗੱਲ ਹੋਰ ਧਿਆਨ ਰੱਖਣੀ ਆ, ਇਹਦੇ ਵਿੱਚ ਇੱਥੋਂ ਮਾਈਨਸ ਕਾਮਨ ਕੱਟਿਆ, ਇੱਥੇ ਮਾਈਨਸ ਬਣਾਇਆ। ਇਹ ਮਾਈਨਸ ਤਾਂ ਬਣਾਇਆ ਕਿਉਂਕਿ ਫਾਰਮੂਲਾ ਧਿਆਨ 'ਚ ਰੱਖਿਆ ਆਪਾਂ ਨੇ ਕਿ ਫਾਰਮੂਲੇ ਦੇ ਵਿੱਚ ਉਰੇ ਮਾਈਨਸ ਹੁੰਦਾ, ਤਾਂ ਮਾਈਨਸ ਬਣਾਇਆ ਆਪਾਂ ਨੇ। ਅਤੇ ਇਹ ਓਮੀ ਐਕਸ ਬਾਹਰ ਆ ਗਿਆ। ਇਨਵਰਸ ਲੈਪਲੇਸ ਆਫ 1/SA 1 ਹੋ ਗਿਆ। ਇਹ ਆਪਣਾ ਆਨਸਰ। ਇਹ ਹੀਟ ਇਕੁਏਸ਼ਨ ਦਾ ਕੁਐਸਚਨ ਸੀਗਾ। ਹੁਣ ਇੱਕ ਕੁਐਸਚਨ ਹੋਰ ਹੈ ਇਹਦੇ ਵਿੱਚ, ਉਹ ਵੇਵ ਇਕੁਏਸ਼ਨ ਵਾਲਾ ਹੈਗਾ। ਵੇਵ ਇਹਨੂੰ ਕਹਿੰਦੇ ਤਾਂ ਵੇਵ ਬਣੇ, ਅਤੇ ਵੇਵ ਇਕੁਏਸ਼ਨ ਕੀ ਹੋਊਗੀ, ਬਸ ਇੱਧਰਲੇ ਪਾਸੇ ਡਬਲ ਡੈਰੀਵੇਟਿਵ ਹੋਊਗਾ ਟੀ ਨਾਲ, ਜੋ ਕਾਂਸਟੈਂਟ ਸੀ ਸਕੇਅਰ ਆ। ਚਲੋ, ਅਤੇ ਇੱਧਰ ਕਰਲੀ 2y ਬਾਏ ਕਰਲੀ ਐਕਸ ਸਕੇਅਰ। ਇਹ ਫਾਰਮੂਲਾ ਆਪਾਂ ਨੇ ਯਾਦ ਰੱਖਣਾ। ਇਹ ਹੀਟ ਇਕੁਏਸ਼ਨ ਹੁੰਦੀ ਹੈ। ਜਿਹੜਾ y ਹੁੰਦਾ ਉਹ ਵਰਟੀਕਲ ਡਿਸਪਲੇਸਮੈਂਟ ਹੁੰਦੀ ਆ। ਵਰਟੀਕਲ ਡਿਸਪਲੇਸਮੈਂਟ ਕੀ ਹੈ, ਵੇਵ ਮਤਲਬ ਕਿ ਆਪਣੇ ਕੋਲ ਕੋਈ ਸਟਰਿੰਗ ਆ, ਇਹ 'ਚ ਵੇਵ ਬਣੀ ਹੋਈ ਆ, ਜਿਹੜਾ ਉੱਪਰ ਨੀਚੇ ਡਿਸਪਲੇਸਮੈਂਟ ਹੋ ਰਹੀ ਆ, ਉੱਪਰ ਨੀਚੇ, ਇਹ y ਆ, ਇਹ y ਰਿਪਰਜੈਂਟ ਕਰਦਾ ਵਰਟੀਕਲ ਡਿਸਪਲੇਸਮੈਂਟ। x ਜਿਹੜਾ ਹੈਗਾ ਇਹ ਹੋਰੀਜ਼ੋਨਟਲ ਡਿਸਟੈਂਸ ਹੈ ਇੱਧਰਲੇ ਪਾਸੇ, ਅਤੇ t ਜਿਹੜਾ ਹੈਗਾ ਟਾਈਮ, ਅਤੇ ਸੀ ਸਕੇਅਰ ਕੋਈ ਕਾਂਸਟੈਂਟ ਹੋਊਗਾ। ਇਹਨੂੰ ਸਮਝਣ ਵਾਸਤੇ ਇੱਕ ਕੁਐਸਚਨ ਲੈ ਰਹੇ ਹਾਂ ਆਪਾਂ, 5ਵਾਂ ਕੁਐਸਚਨ। ਇੱਕ ਇਨਫਾਈਨਾਈਟ ਸਟਰਿੰਗ ਹੈਗੀ ਆ, ਹੈਵਿੰਗ 1 ਐਂਡ ਐਟ x = 0, initially at rest along x axis, the end x = 0 undergoes a transverse ਇਹਨੂੰ ਕਹਿੰਦੇ ਆਪਾਂ। displacement ਉੱਪਰ ਨੀਚੇ ft, find the displacement at any point of string at any time t। ਜੇ ਸੋਲਵ ਕਰਦੇ ਹਾਂ, ਜਿੱਥੇ ਸਟਰਿੰਗ ਹੋ ਰਿਹਾ ਮਤਲਬ ਕਿ ਇੱਦਾਂ ਹੋ ਗਿਆ, ਇਹ ਜਿਵੇਂ ਸਟਰਿੰਗ ਸੀ, ਇਹ 'ਚ ਡਿਸਪਲੇਸਮੈਂਟ ਪੈਦਾ ਕਰਤੀ ਵੇਵ ਬਣ ਕੇ, ਤਾਂ ਵੇਵ ਬਣਨ ਕਰਕੇ ਇਹਦੇ ਵਿੱਚ ਆਪਾਂ ਵੇਵ ਇਕੁਏਸ਼ਨ ਯੂਜ਼ ਕਰਨੀ ਹੈ। ਇਹ ਡਿਸਾਈਡ ਕਰਨਾ, ਜੇ ਹੀਟ ਹੁੰਦਾ, ਹੀਟ ਦੀ ਗੱਲ ਹੁੰਦੀ, ਫਿਰ ਆਪਾਂ ਹੀਟ ਇਕੁਏਸ਼ਨ ਲੈਣੀ ਸੀ ਉਰੇ। ਜੇ ਵੇਵ ਜਾਂ ਸਟਰਿੰਗ ਦੀ ਗੱਲ ਹੋ ਰਹੀ ਹੈਗੀ, ਸਟਰਿੰਗ 'ਚ ਵੇਵ ਬਣੇਗੀ, ਉਹ 'ਚ ਵੇਵ ਇਕੁਏਸ਼ਨ ਲੈਣੀ ਆਪਾਂ ਨੇ। ਇਹ ਗੱਲ ਧਿਆਨ ਰੱਖਣੀ ਹੈ। ਥੋੜ੍ਹਾ ਜਿਹਾ ਫਰਕ ਆ ਹੁਣ ਇਹਦੇ ਵਿੱਚ। ਉਹ ਫਰਕ ਕਿਵੇਂ ਆ ਉਹ ਦੇਖਦੇ ਹਾਂ ਪਹਿਲਾਂ ਆਪਾਂ, ਕੁਐਸਚਨ ਸੋਲਵ ਬਾਅਦ 'ਚੋਂ ਕਰਦੇ ਹਾਂ। ਇਹਦੇ ਨਾਲ ਦੇ ਕੁਐਸਚਨ 5A ਵਿੱਚ ਵੀ ਸੀਗੇ। ਹੁਣ ਇਹਦੇ ਵਿੱਚ ਕੰਡੀਸ਼ਨਾਂ 4 ਚਾਹੀਦੀਆਂ ਹੁੰਦੀਆਂ ਇਹਦੇ ਵਿੱਚ, ਇਹਨਾਂ ਕੁਐਸਚਨ 'ਚ ਕੰਡੀਸ਼ਨਾਂ 4 ਕਿਹੜੀਆਂ ਕਿਹੜੀਆਂ ਹੁੰਦੀਆਂ ਨੇ, ਜੇ ਕੁਐਸਚਨ ਜਿਹਨੇ 5A ਸੋਲਵ ਕੀਤੀ ਹੋਵੇ। ਬਾਕੀ ਆਪਾਂ ਕਰਾਂਗੇ, ਲੱਗ ਜਾਓ ਪਤਾ। 2 ਕੰਡੀਸ਼ਨਾਂ ਤਾਂ ਆ ਹੋਣਗੀਆਂ, ਇੱਕ ਆਹ ਵਾਲੀ, ਇੱਕ ਡੈਰੀਵੇਟਿਵ ਵਾਲੀ। ਇਹ ਕਿਉਂ ਕਰਨੀ ਹੈ, ਜਿਹਨੇ ਕੁਐਸਚਨ ਕੀਤੇ ਉਹਨੂੰ ਪਤਾ ਹੋਊਗਾ, ਜਾਂ ਨਹੀਂ ਤਾਂ ਆਪਾਂ ਹੁਣ ਕੁਐਸਚਨ ਕਰਾਂਗੇ, ਤੁਹਾਨੂੰ ਲੱਗ ਜਾਊਗਾ ਪਤਾ ਕਿ ਇਹ ਕੰਡੀਸ਼ਨ ਕਿਉਂ ਚਾਹੀਦੀ ਆਪਾਂ ਨੂੰ, ਡੈਰੀਵੇਟਿਵ ਵਾਲੀ। ਅਤੇ 2 ਕੰਡੀਸ਼ਨਾਂ ਪਹਿਲਾਂ ਵਾਂਗੂ ਦੇ ਪਿੱਛੇ ਸੀਗਾ, ਮਤਲਬ ਇੱਕ ਕੰਡੀਸ਼ਨ ਇਹ ਐਕਸਟਰਾ ਚਾਹੀਦੀ ਆਪਾਂ ਨੂੰ ਪਿਛਲੇ ਕੁਐਸਚਨ ਹੀਟ ਇਕੁਏਸ਼ਨ ਦੇ ਕੰਪੈਰੇਟਿਵ ਵੇਵ ਇਕੁਏਸ਼ਨ ਦੇ ਵਿੱਚ। ਬਾਕੀ ਕੰਡੀਸ਼ਨ 2 ਉਵੇਂ ਨੇ, ਜੇ ਪਹਿਲਾਂ ਵਾਂਗੂ ਇੱਕ ਤਾਂ ਦਿੱਤੀ ਹੋਈ, ਦੂਜੀ ਜੇ ਬਣ ਗਈ ਠੀਕ ਆ, ਨਹੀਂ ਬਣੀ ਤਾਂ ਬਾਉਂਡਡ ਵਾਲੀ ਆਪਾਂ ਯੂਜ਼ ਕਰਾਂਗੇ। ਇਹਦੇ ਵਿੱਚ ਵੇਵ ਇਕੁਏਸ਼ਨ ਦੇ ਵਿੱਚ ਹੀਟ ਇਕੁਏਸ਼ਨ ਨਾਲ ਇੱਕ ਕੰਡੀਸ਼ਨ ਐਕਸਟਰਾ ਬਣਾਉਣੀ ਹੁੰਦੀ ਹੈ ਆਪਾਂ ਨੇ। ਕੰਡੀਸ਼ਨ ਧਿਆਨ 'ਚ ਰੱਖਣੇ ਵੀ ਕੰਡੀਸ਼ਨ ਬਣ ਜਾਣਗੀਆਂ। ਹੁਣ ਸਟੇਟਮੈਂਟ ਸਮਝਦੇ ਹਾਂ, ਸਟੇਟਮੈਂਟ ਕੀ ਹੈਗਾ। ਇਨੀਸ਼ਲੀ ਜਦੋਂ ਟਾਈਮ 0 ਹੈਗਾ, ਇਨੀਸ਼ੀਅਲ ਡਿਸਪਲੇਸਮੈਂਟ ਜਿਹੜੀ ਹੈਗੀ ਆ ਆਪਣੇ ਕੋਲ, ਜਿਵੇਂ ਚਲੋ ਸਟਾਰਟਿੰਗ ਦੇਖਦੇ ਹਾਂ ਆਪਾਂ, 1 ਐਟ x ਇਜ਼ ਇਨੀਸ਼ਲੀ ਐਟ ਰੈਸਟ ਅਲੋਂਗ x ਐਕਸਿਸ। ਮਤਲਬ ਸਟਾਰਟਿੰਗ ਦੇ ਵਿੱਚ ਇੱਦਾਂ ਬਣਾ ਰਿਹਾ, ਆਹ ਸਟਰਿੰਗ ਆ, ਰੈਸਟ 'ਤੇ ਪਈ ਸੀ। ਰੈਸਟ 'ਤੇ ਕਿਉਂ, ਰੈਸਟ ਵਰਡ ਯੂਜ਼ ਕਿਉਂ ਕੀਤਾ, ਅੱਗੇ ਲੱਗ ਜਾਊ ਪਤਾ। ਅਤੇ ਇਸ ਦੇ ਵਿੱਚ ਸਟਾਰਟਿੰਗ ਦੇ ਵਿੱਚ ਉਹਨਾਂ ਨੇ ਕਿਹਾ ਹੈ ਕਿ ਐਟ x = 0 ਅੰਡਰਗੋਜ਼ ਆ ਟਰਾਂਸਫਰ ਡਿਸਪਲੇਸਮੈਂਟ। ਫਿਰ ਆਪਾਂ ਨੇ ਜੋ ਸਟਰਿੰਗ ਇੱਦਾਂ ਹੀ ਪਈ ਸੀਗੀ, ਇਹਨੂੰ ਚੱਕ ਕੇ ਉੱਪਰ ਲੈ ਕੇ ਟਰਾਂਸਫਰ ਡਿਸਪਲੇਸਮੈਂਟ ਕਰਤੀ FT। ਇਹਨੂੰ
ਚੱਕ ਕੇ ਧਿਆਨ ਰੱਖਣਾ ਇੱਕ ਇਹ ਸਿਰਾ ਬੰਨਿਆ ਹੋਇਆ, ਇਹਨੂੰ ਚੱਕ ਕੇ ਉੱਪਰ ਲੈ ਗਏ ਆਪਾਂ। ਫਿਰ ਇਹ ਕੀ ਹੋਊਗਾ, ਹੌਲੀ ਹੌਲੀ ਫਿਰ ਜੋ ਛੱਡਾਂਗੇ ਆਪਾਂ ਇਹ ਉੱਪਰ ਨੀਚੇ ਹੋਣਾ ਸ਼ੁਰੂ ਹੋ ਜਾਊਗਾ। ਮਤਲਬ ਇੱਦਾਂ ਦੀ ਇਹਦਾ ਵੇ ਬਣਨੇ ਸ਼ੁਰੂ ਹੋ ਜਾਣੀ ਹੈ। ਹੌਲੀ ਹੌਲੀ ਘਟੀ ਜਾਊਗਾ ਘਟੀ ਜਾਊਗਾ। ਸਟਾਰਟਿੰਗ 'ਚ ਡਿਸਪਲੇਸਮੈਂਟ ਵੱਧ ਹੋਊਗੀ, ਫਿਰ ਘੱਟ, ਫਿਰ ਹੋਰ ਘੱਟ, ਫਿਰ ਹੋਰ ਘੱਟ, ਫਿਰ ਹੋਰ ਘੱਟ, ਐਂ ਘਟੀ ਜਾਣਗੇ। ਇਹ ਲੱਗ ਰਿਹਾ ਘਟ ਰਹੀ ਹੈ। ਚਲੋ ਇਹ ਆਪਣੇ ਕੋਲ ਇਹਨੂੰ ਮੈਥਮੈਟਿਕ ਫਾਰਮ 'ਚ ਕਨਵਰਟ ਕਰਨਾ, ਇਹ ਆਪਣੇ ਕੋਲ ਇਕੁਏਸ਼ਨ ਆ ਗਈ, ਕੰਡੀਸ਼ਨਸ ਬਣਾਉਣੀਆਂ ਹੈਗੀਆਂ ਨੇ। ਹੁਣ ਇਹ ਗੱਲ ਕਹਿ ਰਿਹਾ ਸੀਗਾ ਕਿ ਇਨੀਸ਼ੀਅਲੀ ਐਟ ਰੈਸਟ ਮਤਲਬ ਵੈਲੋਸਿਟੀ ਜ਼ੀਰੋ। ਵੈਲੋਸਿਟੀ ਕੀ ਹੁੰਦੀ ਹੈਗੀ ਆਪਣੇ ਕੋਲ, ਕਰਲੀ ਵਾਈ ਬਾਈ ਕਰਲੀ ਟੀ ਵੈਲੋਸਿਟੀ ਹੁੰਦੀ ਹੈ। ਤਾਂ ਮਤਲਬ ਕਿ ਬਣ ਗਿਆ ਆਪਣੇ ਕੋਲ ਵੈਲੋਸਿਟੀ ਆ, ਇਹ ਟਾਈਮ ਟੀ ਇਕੁਅਲ ਜ਼ੀਰੋ ਵਾਸਤੇ ਵੈਲੋਸਿਟੀ ਜ਼ੀਰੋ ਹੋਊਗੀ। ਇਹ ਕੰਡੀਸ਼ਨ ਚਾਹੀਦੀ ਹੈ ਆਪਾਂ ਨੂੰ, ਤਾਂ ਰੈਸਟ ਦੀ ਗੱਲ ਕੀਤੀ ਉਹਨੇ। ਇਸ ਤੋਂ ਬਾਅਦ ਵਾਈ ਐਕਸ ਇਕੁਅਲ ਟੂ ਜ਼ੀਰੋ, ਇਹ ਸਟਾਰਟਿੰਗ ਵਿੱਚ, ਸਟਾਰਟਿੰਗ ਦੇ ਵਿੱਚ ਡਿਸਪਲੇਸਮੈਂਟ ਕਿੰਨੀ ਸੀਗੀ ਆਪਾਂ ਚੈੱਕ ਕਰ ਸਕਦੇ ਹਾਂ। ਸਟਾਰਟਿੰਗ 'ਚ ਇੱਦਾਂ ਪਈ ਸੀ, ਸੇਮ ਰੈਸਟ 'ਤੇ ਪਈ ਸੀ, ਸਟਾਰਟਿੰਗ ਡਿਸਪਲੇਸਮੈਂਟ ਕੋਈ ਨਹੀਂ ਸੀਗੀ। ਹੁਣ ਇਹ ਸ਼ੁਰੂ ਕੀਤਾ ਆਪਾਂ ਤਾਂ ਉਹਦੇ ਵਾਸਤੇ ਆ। ਹੁਣ ਇਹ ਕੀ ਹੈਗੀ ਆ, ਐਟ ਐਨੀ ਟਾਈਮ ਟੀ, ਇਹ ਫੇਸ 'ਤੇ ਡਿਸਪਲੇਸਮੈਂਟ ਕਿੰਨੀ ਹੈ, ਐਫ ਆਫ ਟੀ ਆ। ਇਹ ਐਕਸ ਇਕੁਅਲ ਜ਼ੀਰੋ ਫੇਸ ਸੀਗਾ, ਐਕਸ ਇਕੁਅਲ ਜ਼ੀਰੋ ਫੇਸ 'ਤੇ ਡਿਸਪਲੇਸਮੈਂਟ ਆਪਾਂ ਨੇ ਐਫ ਆਫ ਟੀ ਦਿੱਤੀ ਹੋਈ ਆ। ਹੋਰ ਕੰਡੀਸ਼ਨ ਕੋਈ ਬਣ ਨਹੀਂ ਰਹੀ। ਜੇ ਹੋਰ ਕੰਡੀਸ਼ਨ ਨਹੀਂ ਬਣ ਰਹੀ ਹੈਗੀ ਤਾਂ ਆਪਾਂ ਇਹਦੇ ਉੱਪਰ ਧਿਆਨ ਰੱਖਣਾ ਹੁੰਦਾ ਕਿ ਵਾਈ ਐਕਸ ਟੀ ਇਜ਼ ਬਾਊਂਡਡ ਐਜ਼ ਐਕਸ ਟੈਂਸ ਟੂ ਇਨਫਿਨਿਟੀ। ਇਹ ਬਾਊਂਡਡ ਕਿਉਂ ਹੈਗਾ ਇਹ ਆਪਾਂ ਦੇਖ ਸਕਦੇ ਹਾਂ। ਜਿਉਂ ਜਿਉਂ ਆਪਾਂ ਅੱਗੇ ਜਾਵਾਂਗੇ ਵਾਈ ਵੱਧ ਤਾਂ ਨਹੀਂ ਰਿਹਾ, ਇੱਦਾਂ ਨਹੀਂ ਹੋ ਰਿਹਾ। ਬਾਊਂਡਡ ਵਾਲਾ ਹੁੰਦਾ ਕਿ ਵਾਈ ਇਨਫਿਨਿਟੀ ਨਹੀਂ ਹੋਊਗਾ ਜਦੋਂ ਐਕਸ ਇਨਫਿਨਿਟੀ ਹੋਊਗਾ, ਬਾਊਂਡਡ ਵਾਲਾ ਹੁੰਦਾ। ਜੇ ਆਪਾਂ ਇਨਫਿਨਿਟੀ ਤੱਕ ਜਾਵਾਂਗੇ, ਕੀ ਆਪਾਂ ਨੂੰ ਲੱਗ ਰਿਹਾ ਕਿ ਇਹ ਡਾਟਾ ਇੱਦਾਂ ਬਣੇਗਾ, ਇਹ ਡਾਇਗਰਾਮ ਇੱਦਾਂ ਬਣੇਗੀ, ਪਹਿਲਾਂ ਆਹ, ਫਿਰ ਆਹ, ਫਿਰ ਆਹ, ਫਿਰ ਆਹ। ਇਹਦੇ ਸਕੇਚ ਕਹਿ ਸਕਦੇ ਹਾਂ ਕਿ ਵਾਈ ਇਨਫਿਨਿਟੀ ਹੋ ਰਿਹਾ ਉੱਪਰ ਨੀਚੇ, ਜਿਉਂ ਆਪਾਂ ਅੱਗੇ ਜਾ ਰਹੇ ਵਧੀ ਜਾ ਰਿਹਾ। ਪਰ ਇਹ ਘਟ ਰਹੀ ਹੈ ਵੈਲਿਊ, ਇਸ ਕਰਕੇ ਇਹ ਇਨਫਿਨਿਟੀ ਨਹੀਂ ਹੋਊਗਾ। ਇਸ ਕਰਕੇ ਫਿਰ ਆਪਾਂ ਕੰਡੀਸ਼ਨ ਵੀ ਨਾਲ ਲਾ ਲਈ। ਬਾਕੀ ਕੁਐਸਚਨ ਔਖਾ ਹੀ ਹੈ। ਇਸ ਤੋਂ ਬਾਅਦ ਆਪਾਂ ਨੇ ਫਿਰ ਇਹਦਾ ਲੈਪਲੇਸ ਟ੍ਰਾਂਸਫਾਰਮ ਲਿਆ, ਇਹਦਾ ਫਾਰਮੂਲਾ ਅਪਲਾਈ ਕਰਤਾ, ਇਹਦਾ ਫਾਰਮੂਲਾ ਅਪਲਾਈ ਕਰਤਾ। ਇਹ ਫਾਰਮੂਲੇ ਅਪਲਾਈ ਕਰਕੇ ਇਹਦੀ ਸਾਰਿਆਂ ਦੀ ਆਪਾਂ ਨੇ ਵੈਲਿਊ ਭਰਤੀ। ਹੁਣ ਦੇਖੋ ਇਹ 'ਚ ਵਾਈ ਟੀ ਐਕਸ ਜ਼ੀਰੋ ਚਾਹੀਦਾ ਆਪਾਂ ਨੂੰ ਫਾਰਮੂਲੇ ਅਕੋਰਡਿੰਗ, ਤਾਂ ਆਪਾਂ ਨੇ ਇਹਦੇ ਉੱਪਰ ਧਿਆਨ ਰੱਖਣਾ ਕਿ ਇਹ ਕੰਡੀਸ਼ਨ 'ਚ ਐਕਸਟਰਾ ਹੋ ਗਈ ਉਸ ਨਾਲ ਪਹਿਲਾਂ ਨਾਲੋਂ, ਹੀਟ ਇਕੁਏਸ਼ਨ ਨਾਲੋਂ ਇਹ ਵਾਲੀ ਐਕਸਟਰਾ ਹੋ ਗਿਆ ਟਰਮ ਵੇਵ ਇਕੁਏਸ਼ਨ ਦੇ ਵਿੱਚ। ਇਹਨੂੰ ਸੋਲਵ ਕੀਤਾ, ਵਾਈ ਕੰਪਲੀਮੈਂਟ ਆ ਗਿਆ, ਸੇਮ ਹੀ ਹੈ, ਪਾਰਟੀਕੂਲਰ ਆ ਗਿਆ, ਜਨਰਲ ਸੋਲੂਸ਼ਨ ਬਣ ਗਿਆ ਆਪਣੇ ਕੋਲ। ਫਿਰ ਕੰਡੀਸ਼ਨਸ ਆ ਗਈਆਂ ਪਹਿਲਾਂ ਵਾਂਗੂ। ਇਹਦਾ ਆਪਾਂ ਲੈਪਲੇਸ ਲਿਆ, ਲੈਪਲੇਸ ਆਫ ਐਫ ਆਫ ਟੀ ਆਪਾਂ ਨੇ ਐਫ ਐਸ ਲੈ ਲਿਆ। ਇਹ ਵਾਈ ਬਾਰ ਜਿਹੜਾ ਹੈਗਾ ਇਹ ਬਾਉਂਡਡ ਹੋ ਗਿਆ। ਇਹ ਪਹਿਲਾਂ ਵਾਂਗੂ ਬਾਉਂਡਡ ਕਿਵੇਂ ਯੂਜ਼ ਕਰਨਾ ਹੁੰਦਾ, C1 ਨੋਨ ਜ਼ੀਰੋ ਮੰਨ ਲਿਆ ਤਾਂ ਵਾਈ ਇਨਫਿਨਿਟੀ ਹੋ ਜਾਊਗਾ। ਇਨਫਿਨਿਟੀ ਕਿਉਂ ਹੋਊਗਾ, ਬਿਕੋਜ਼ ਇਹ ਟਰਮ ਇਨਫਿਨਿਟੀ ਬਣਾ ਦੇਗੀ, ਇਸ ਕਰਕੇ ਇਹ ਪੋਸੀਬਲ ਨਹੀਂ ਹੈਗਾ। ਇਸ ਕਰਕੇ ਵਾਈ ਬਾਰ ਜਿਹੜਾ ਹੈਗਾ ਇਹ ਆਊਗਾ। ਫਿਰ ਐਕਸ ਨੂੰ ਜ਼ੀਰੋ ਪੁੱਟ ਕਰਤਾ ਆਪਾਂ ਨੇ, ਐਕਸ ਨੂੰ ਜ਼ੀਰੋ ਪੁੱਟ ਕਰਕੇ ਇਹ 'ਚੋਂ C2 ਦੀ ਵੈਲਿਊ ਆ ਗਈ ਐਫ ਆਫ ਐਸ। ਤਾਂ ਵਾਈ ਬਾਰ ਦਾ ਜਿਹੜਾ ਕੰਪਲੀਟ ਸੋਲੂਸ਼ਨ ਹੈਗਾ ਆਪਣੇ ਕੋਲ ਉਹ ਆ ਬਣ ਗਿਆ। ਹੁਣ ਇਹ ਸੋਲਵ ਕਰਕੇ ਫਿਰ ਇਨਵਰਸ ਲੈਪਲੇਸ ਲਵਾਂਗੇ। ਇਨਵਰਸ ਲੈਪਲੇਸ ਲਿਆ, ਇਹ ਹੁਣ ਇਹ 'ਚ ਲੱਗੇਗੀ ਫਸਟ ਸ਼ਿਫਟਿੰਗ ਥਿਊਰਮ, ਸੈਕਿੰਡ ਸ਼ਿਫਟਿੰਗ ਥਿਊਰਮ ਕੀ ਸੀ ਆਪਣੇ ਕੋਲ, ਇਨਵਰਸ ਲੈਪਲੇਸ ਆਫ ਇਹ ਜਿਹੜਾ ਹੈਗਾ ਆਪਣੇ ਕੋਲ ਇਹ ਐਫ ਆਫ ਟੀ ਮਾਈਨਸ ਅਲਫਾ ਐਚ ਆਫ ਟੀ ਮਾਈਨਸ ਅਲਫਾ ਹੁੰਦਾ। ਐਚ ਟੀ ਮਾਈਨਸ ਅਲਫਾ ਜਿਹੜਾ ਹੁੰਦਾ ਯੂਨਿਟ ਸਟੈਪ ਫੰਕਸ਼ਨ। ਇੱਥੇ ਅਲਫਾ ਦੀ ਥਾਂ 'ਤੇ ਆਪਣੇ ਕੋਲ ਐਕਸ ਅਪੋਨ ਸੀ ਆ, ਤਾਂ ਇਹ ਬਣ ਗਿਆ ਐਫ ਆਫ ਟੀ ਮਾਈਨਸ ਐਕਸ ਅਪੋਨ ਸੀ, ਐਚ ਆਫ ਟੀ ਮਾਈਨਸ ਐਕਸ ਅਪੋਨ ਸੀ। ਇਹ ਆਪਣਾ ਸੋਲਵ ਹੋ ਗਿਆ। ਅਤੇ ਜੇ ਕਿਸੇ ਨੂੰ ਕੋਈ ਪ੍ਰੋਬਲਮ ਹੋਵੇ ਤਾਂ ਉਹ ਵਟਸਐਪ 'ਤੇ ਸ਼ੇਅਰ ਕਰ ਸਕਦਾ ਹੈਗਾ। ਐਕਸਰਸਾਈਜ਼ 5B ਤੁਸੀਂ ਕੰਪਲੀਟ ਕਰਨੀ ਹੈ ਸਾਰੀ। ਕੁਐਸਚਨ 7 ਛੱਡ ਦਿਓ ਬਿਕੋਜ਼ ਇਹ ਸਟੇਟਮੈਂਟ ਇਨਕੰਪਲੀਟ ਆ। ਥੈਂਕ ਯੂ।